ਜਿੱਥੇ ਜੂਨ 1984 ਕਦੇ ਨਾ ਭੁੱਲਣ ਵਾਲਾ ਦੁਖਾਂਤ ਹੋ ਗਿਆ, ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜਿਹੜਾ ਅਨਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਹੱਥ ਲਿਖਤ ਸਰੂਪ ਨੇ ਉਹ ਵੀ ਗਾਇਬ ਹੁੰਦੇ ਨੇ। ਬਹੁਤ ਸਾਰੇ ਸਵਾਲ ਲਗਾਤਾਰ ਜੁੜਦੇ ਰਹੇ ਨੇ, ਕੜੀਆਂ ਜੁੜਦੀਆਂ ਰਹੀਆਂ ਨੇ, ਪਰ ਤੁਸੀਂ ਖੋਜ ਕੀਤੀ ਹੈ ਕਿ ਕਿੰਨੇ, ਮੈਂ ਜਾਣਨਾ ਚਾਹਾਂਗੀ ਕਿੰਨੇ ਹੱਥ ਲਿਖਤ ਸਰੂਪ ਸੀ, ਕਿੰਨੀਆਂ ਧਾਰਮਿਕ ਕਿਤਾਬਾਂ ਸੀ, ਕਿੰਨੇ ਵਡਮੁੱਲੇ ਜਿਹੜੇ ਖਜ਼ਾਨੇ ਸੀ ਜਾਂ ਅਖਬਾਰ ਸੀ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਉਸ ਵੇਲੇ ਗਾਇਬ ਹੁੰਦੇ ਨੇ। ਉਹ ਤਾਂ ਜੀ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਹੀ ਆ। ਮੇਰਾ ਉਹ ਪੇਪਰ ਮੈਂ ਅੱਜ ਪੜ੍ਹਿਆ ਗਿਆ ਇੱਥੇ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੇ ਵਿੱਚ ਆਪਣਾ ਜਵਾਬ ਦਾਵਾ ਦਾਇਰ ਕੀਤਾ ਸੀ। ਉਹਦੇ ਵਿੱਚ ਉਹਨੇ ਕਿਹਾ ਵੀ ਸਾਡੀਆਂ 20,000 ਤੱਕ ਕਿਤਾਬਾਂ ਸੀਗੀਆਂ ਉਹਦੇ ਵਿੱਚ ਜਿਹੜੀ ਪ੍ਰਿੰਟ ਹੋਈਆਂ ਸੀਗੀਆਂ। ਉਹਦੇ ਵਿੱਚੋਂ 550 ਦੇ ਕਰੀਬ ਜਿਹੜੇ ਹੈਗੇ ਆ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਸੀ ਨੇ ਪੁਰਾਤਨ, ਨਾਲ ਦੀ ਨਾਲ ਹੁਕਮਨਾਮੇ, ਪੋਥੀਆਂ, ਹੋਰ ਖਰੜੇ ਉਹ 2500 ਦੇ ਕਰੀਬ ਸੀ। यानी कि थोड़े कहने का मतलब है कि श्रोमणी गुरुद्वारा प्रबंधक कमेटी ने बहुत सारा प्रॉफिट हासिल किया है, जिहड़ा समान उन्होंने वापस किया गया सिख रैफरेंस लाइब्रेरी का बहुत बड़ा प्रॉफिट श्रोमणी गुरुद्वारा प्रबंधक कमेटी बंदा ने किया। श्रोमणी कमेटी के जो बच्चा ਉਹਦੇ ਦਰਸ਼ਕ ਜਿੰਦਾ ਨਾਂ ਬੋਲਦੇ ਨੇ, ਜਿਨ੍ਹਾਂ ਦੀ ਖਤਰ ਜਾਂਚ ਕਮੇਟੀ ਬਣੀ 5 ਮੈਂਬਰੀ, ਉਹਨੇ ਇਹ ਕੁਝ ਕੀਤਾ ਹੋਊਗਾ, ਵਿੱਚ ਹੀ ਹੋਊਗਾ। ਜੇ ਕੋਈ ਹੋਵੇ ਤਾਂ ਦੱਸ ਦੇਣਗੇ ਆਪੇ ਜੀ ਸਾਡੇ ਤੱਕ ਸਾਹਮਣੇ ਤਾਂ ਕੌਮ ਦੀ ਤਾਂ ਹੋਰ ਆ, ਸਾਰੇ ਲੋਕਾਂ ਦੀ ਮਨੁੱਖਤਾ ਦਾ ਖਜ਼ਾਨਾ ਗਾ, ਉਹ ਦੱਸ ਦੇਣ ਵੀ ਸਾਡੇ ਕੋਲ ਆ ਪੈਣਾ, ਇਹਨਾਂ ਕੋਲ ਸਾਡੇ ਕੋਲ ਆਇਆ, ਸੀਬੀਆਈ ਨੇ ਸਾਰਾ ਕੁਝ ਦਿੱਤਾ, ਬਾਕੀ ਸੀਬੀਆਈ ਕੋਲ ਪਿਆ, ਫਿਰ ਕੌਮ ਉੱਧਰ ਨੂੰ ਹੋਵੇ ਸੀਬੀਆਈ ਵੱਲ। ਭਾਈਚਾਰਾ ਕੋਈ ਪੰਜਾਬੀ ਬੰਦੇ, ਕੋਈ ਹੋਰ ਲੇਖਕ ਸਾਰੇ ਸੀਬੀਆਈ ਤੋਂ ਬਰੀ ਕਰਤਾ। ਉਹ ਸੀਬੀਆਈ ਹੁਣ ਦੋਸ਼ੀ ਤਾਂ ਇਹ ਨੇ, ਜਿਨ੍ਹਾਂ ਕੋਲ ਨਹੀਂ ਆਇਆ ਇਹ ਇਨਕਾਰ ਕਰਨਾ ਵੀ ਸਾਡਾ ਕੁਛ ਨਹੀਂ ਹੈ, ਸੀਬੀਆਈ ਕੋਲ ਸਾਰਾ ਕੁਛ। ਸੀਬੀਆਈ ਤੋਂ ਜਾਂਚ ਕਰਵਾਈ ਗਈ ਸੀ ਇਸ ਮਾਮਲੇ। ਸੀਬੀਆਈ ਤਾਂ ਹਾਈ ਕੋਰਟ ਦੇ ਜਵਾਬ ਦਾ ਸਤਨਾਮ ਸਿੰਘ ਦੀ ਪਟੀਸ਼ਨ ਦੇ ਚੁੱਕੇ ਜਵਾਬ ਦਾ, ਉਹ ਤਾਂ ਦੱਸ ਚੁੱਕੇ ਨੇ, ਹਾਈ ਕੋਰਟ ਮੰਨ ਚੁੱਕਿਆ ਉਹਦਾ ਜਵਾਬ ਦਾ ਬਦਾਰ ਵੀ ਠੀਕ ਹੈ, ਸਾਰਾ ਕੁਛ ਆਈਟਮਾਂ ਵਾਪਸ ਕਰਤੀਆਂ ਅਤੇ ਬਾਕੀ ਉਹਨੇ ਕੇਂਦਰ ਨੂੰ ਚਿੱਠੀ ਕਰਤੀ, ਜੇ ਕੋਈ ਬਾਕੀ ਬਚਾ ਦੇ ਦਿਓ। ਉਹ ਸਾਰਾ ਕੁਛ ਉਹ ਤਾਂ ਸਾਰਾ ਕੁਝ ਇਹਨਾਂ 'ਤੇ ਆ ਗਿਆ ਨਾ। ਸਾਰੀ ਕੁੱਲ ਮਿਲਾ ਕੇ ਗੱਲ ਜਿਹੜੀ ਕਥਾ ਸੀਬੀਆਈ ਦੀ ਜਾਂਚ ਕਹਿ ਲਓ, ਹਾਈ ਕੋਰਟ ਦਾ ਸਾਰਾ ਸਾਡੀ ਜਿਹੜੀ ਖੋਜ ਆ ਉਹ ਸਾਰੀ ਸ਼੍ਰੋਮਣੀ ਕਮੇਟੀ 'ਤੇ ਆਉਂਦੀ ਹੈ, ਬਾਦਲ ਦਲ 'ਤੇ ਆਉਂਦੀ ਹੈ, ਇਹਨਾਂ ਕੋਲ ਆ ਸਾਰਾ ਕੁਛ। ਅਕਾਲ ਤਖਤ ਦੇ ਸਾਬਕਾ ਜਥੇਦਾਰ ਜੋ ਕਿ ਅਕਾਲ ਚਲਾਣਾ ਵੀ ਕਰ ਚੁੱਕੇ ਨੇ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਉਹਨਾਂ ਦਾ ਨਾਮ ਵੀ ਇਸ ਵਿਵਾਦ ਦੇ ਵਿੱਚ ਆਇਆ। ਕੀ ਮਾਮਲਾ? ਜੋਗਿੰਦਰ ਸਿੰਘ ਵੇਦਾਂਤੀ ਤਾਂ ਕੁਝ ਬੰਦੇ ਕਹਿੰਦੇ ਰਹੇ ਵੀ ਜਿਹੜਾ ਇਤਿਹਾਸਕ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਦੇ ਦਸਖਤਾਂ ਵਾਲਾ ਦਮਦਮਾ ਬੀੜ ਜਿਹਨੂੰ ਕਿਹਾ ਜਾਂਦਾ ਦਮਦਮੀ ਸਰੂਪ ਸੀ, ਵੀ ਇਹ ਜੋਗਿੰਦਰ ਸਿੰਘ ਵੇਦਾਂਤੀ ਦੀ ਮਿਲੀ ਭੁਗਤ ਨਾਲ ਇੰਗਲੈਂਡ ਚਲਿਆ ਗਿਆ। ਕੁਛ ਬੰਦੇ ਦਾਅਵਾ ਕਰਦੇ ਆ। ਮੈਂ ਇੰਗਲੈਂਡ 3 ਵਾਰ ਗਿਆ ਗਾ, 2004, 2005 ਅਤੇ 2006 ਦੇ ਵਿੱਚ। ਮੈਂ ਉੱਥੇ ਜਾ ਕੇ ਕੋਸ਼ਿਸ਼ ਕੀਤੀ ਲੱਭਣ ਦੀ ਵੀ ਕਿੱਥੇ ਮਿਲਿਆ, ਕਿੱਥੇ ਆਇਆ ਸਰੂਪ, ਕਿੱਥੇ ਦਰਸ਼ਨ ਕਰਾਏ ਨੇ। ਉਹ ਕੋਈ ਪੱਲੇ ਨਹੀਂ ਪਈ ਗੱਲ, ਉਹ ਫਵਾਹ ਹੀ ਲੱਗਦੀ ਆ। ਉਹ ਕੋਈ ਕਹਿੰਦਾ ਜੀ ਫਲਾਣੇ ਗੁਰਦੁਆਰੇ 'ਚ ਬ੍ਰਿਸਟਲ ਕਰਾਏ ਆ, ਕੋਈ ਕਹਿੰਦਾ ਜੀ ਡਰਬੀ ਕਰਾਏ ਆ, ਕੋਈ ਕਹਿੰਦਾ ਜੀ ਇੱਥੇ ਬਰਮਿੰਘਮ ਕਰਾਏ ਨੇ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਜੂਨ 1984 ਦੇ ਵਿੱਚ ਜਿੱਥੇ ਆਪਰੇਸ਼ਨ ਬਲੂ ਸਟਾਰ ਵਾਪਰਦਾ ਹੈ ਔਰ ਬਹੁਤ ਸਾਰੀਆਂ ਸ਼ਹਾਦਤਾਂ ਹੁੰਦੀਆਂ ਨੇ ਸਿੱਖ ਕੌਮ ਦੇ ਲਈ, ਅੱਜ ਵੀ ਆਪਰੇਸ਼ਨ ਬਲੂ ਸਟਾਰ ਹੈ ਜਿਹੜਾ ਨਾਸੂਰ ਹੈ ਕਿ ਜਦੋਂ ਉਸ ਨੂੰ ਛੇੜਿਆ ਜਾਂਦਾ ਹੈ ਉਸੇ ਵੇਲੇ ਜਿਹੜੀ ਉਸ ਦੀ ਚੀਜ਼ ਹੈ ਉਹ ਮਹਿਸੂਸ ਕੀਤੀ ਜਾਂਦੀ ਹੈ, ਯਾਨੀ ਕਿ ਉਹ ਜ਼ਖਮ ਅੱਜ ਵੀ ਹਰਾ ਹੈ। ਪਰ ਇਸ ਘੱਲੂਘਾਰੇ ਦੇ ਦੌਰਾਨ ਜਿੱਥੇ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਨੇ, ਇੱਕ ਜਿਹੜਾ ਬਹੁਤ ਵਡਮੁੱਲਾ ਖਜ਼ਾਨਾ ਯਾਨੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਬਹੁਤ ਵਡਮੁੱਲਾ ਜਿਹੜਾ ਖਜ਼ਾਨਾ ਸੀ, ਉਸ ਨੂੰ ਲੈ ਕੇ ਵੀ ਲਗਾਤਾਰ ਜਿਹੜੇ ਨੇ ਸਵਾਲ ਚੁੱਕੇ ਜਾ ਰਹੇ ਨੇ। ਲਗਾਤਾਰ ਉਸ ਖਜ਼ਾਨੇ ਦੀ ਮੰਗ ਕੀਤੀ ਜਾ ਰਹੀ ਹੈ, ਮਤਲਬ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਸਨ। ਬਹੁਤ ਸਾਰੀਆਂ ਗੱਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਾਲ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਚਸ਼ਮਦੀਦ ਨੇ ਜੋ ਉਸ ਵੇਲੇ ਲਾਇਬ੍ਰੇਰੀ 'ਚ ਡਿਊਟੀ ਨਿਭਾ ਰਹੇ ਨੇ, ਉਹਨਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਨੇ। ਪਰ ਹੁਣ ਲਗਾਤਾਰ ਇਸ ਮਾਮਲੇ 'ਤੇ ਪਟੀਸ਼ਨਸ ਵੀ ਪਾਈਆਂ ਜਾ ਰਹੀਆਂ ਨੇ ਔਰ ਖੋਜਾਂ ਵੀ ਹੋ ਚੁੱਕੀਆਂ ਨੇ ਕਿ ਜਿਹੜੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਾਸ ਤੌਰ 'ਤੇ ਹੱਥ ਲਿਖਤ ਸਰੂਪ ਸਨ, ਉਹ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ 84 ਦੇ ਦੌਰ 'ਚ, ਜੂਨ 84 ਦੇ ਦੌਰ 'ਚ ਗਾਇਬ ਹੋਏ ਔਰ ਬਹੁਤ ਸਾਰੀਆਂ ਇਤਿਹਾਸਕ ਕਿਤਾਬਾਂ ਵੀ ਗਾਇਬ ਹੋਈਆਂ। ਸਾਡੇ ਨਾਲ ਰਾਜਵਿੰਦਰ ਸਿੰਘ ਰਾਹੀ ਮੌਜੂਦ ਨੇ, ਜਿਨ੍ਹਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਖੋਜ ਕੀਤੀ ਹੈ ਔਰ ਬਹੁਤ ਸਾਰੇ ਅੰਕੜੇ ਵੀ ਇਹਨਾਂ ਨੇ ਜਿਹੜੇ ਨੇ ਉਜਾਗਰ ਕੀਤੇ ਨੇ। ਇਹਨਾਂ ਤੋਂ ਜਾਣਾਂਗੇ। ਸਰ ਬਹੁਤ ਬਹੁਤ ਸਵਾਗਤ। ਧੰਨਵਾਦ ਜੀ ਤੁਹਾਡਾ। ਸਾਰੇ ਮਨ ਸਮੂਹ ਦਾ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਜਿੱਥੇ ਜੂਨ 1984 ਕਦੇ ਨਾ ਭੁੱਲਣ ਵਾਲਾ ਦੁਖਾਂਤ ਹੋ ਗਿਆ, ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜਿਹੜਾ ਅਨਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਹੱਥ ਲਿਖਤ ਸਰੂਪ ਨੇ ਉਹ ਵੀ ਗਾਇਬ ਹੁੰਦੇ ਨੇ। ਬਹੁਤ ਸਾਰੇ ਸਵਾਲ ਲਗਾਤਾਰ ਜੁੜਦੇ ਰਹੇ ਨੇ, ਕੜੀਆਂ ਜੁੜਦੀਆਂ ਰਹੀਆਂ ਨੇ, ਪਰ ਤੁਸੀਂ ਖੋਜ ਕੀਤੀ ਹੈ ਕਿ ਕਿੰਨੇ, ਮੈਂ ਜਾਣਨਾ ਚਾਹਾਂਗੀ ਕਿੰਨੇ ਹੱਥ ਲਿਖਤ ਸਰੂਪ ਸੀ, ਕਿੰਨੀਆਂ ਧਾਰਮਿਕ ਕਿਤਾਬਾਂ ਸੀ, ਕਿੰਨੇ ਵਡਮੁੱਲੇ ਜਿਹੜੇ ਖਜ਼ਾਨੇ ਸੀ ਜਾਂ ਅਖਬਾਰ ਸੀ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਉਸ ਵੇਲੇ ਗਾਇਬ ਹੁੰਦੇ ਨੇ। ਉਹ ਤਾਂ ਜੀ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਹੀ ਆ। ਮੇਰਾ ਉਹ ਪੇਪਰ ਮੈਂ ਅੱਜ ਪੜ੍ਹਿਆ ਗਿਆ ਇੱਥੇ,
ਉਹਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੇ ਵਿੱਚ ਆਪਣਾ ਜਵਾਬ ਦਾਵਾ ਦਾਇਰ ਕੀਤਾ ਸੀ, ਉਹਦੇ ਵਿੱਚ ਉਹਨੇ ਕਿਹਾ ਸੀ ਵੀ ਸਾਡੀਆਂ 20,000 ਤੱਕ ਕਿਤਾਬਾਂ ਸੀਗੀਆਂ ਉਹਦੇ ਵਿੱਚ ਜਿਹੜੀਆਂ ਪ੍ਰਿੰਟ ਹੋਈਆਂ ਪਈਆਂ, ਉਹਦੇ ਵਿੱਚੋਂ 550 ਦੇ ਕਰੀਬ ਜਿਹੜੇ ਹੈਗੇ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਸਿੰਘ ਨੇ ਪੁਰਾਤਨ, ਨਾਲ ਦੀ ਨਾਲ ਹੁਕਮਨਾਮੇ, ਪੋਥੀਆਂ, ਹੋਰ ਖਰੜੇ ਉਹ 2500 ਦੇ ਕਰੀਬ ਸੀ। ਤੇ ਜਿਹਦੇ ਵਿੱਚੋਂ ਮਤਲਬ ਕੁਝ ਦੁਰਲੱਭ ਜਿਹੜੇ ਐਲਬਮਾਂ ਸੀਗੀਆਂ ਫੋਟੋਆਂ ਦੀਆਂ ਉਹ ਸੀਗੀਆਂ, ਕੁਝ ਮਤਲਬ ਪੇਂਟਿੰਗਾਂ ਸੀਗੀਆਂ ਤੇ 1200 ਜਲਦਾਂ ਸੀ ਅਖਬਾਰਾਂ ਦੀਆਂ, ਪੁਰਾਤਨ ਅਖਬਾਰਾਂ ਦੀਆਂ। ਉਹ ਕਾਫੀ ਮਟੀਰੀਅਲ ਜਿਹੜਾ ਹੈਗਾ ਉਹਨਾਂ ਨੇ ਪਟੀਸ਼ਨ ਦੇ ਵਿੱਚ ਦੱਸਿਆ ਵੀ ਆ ਸਾਡਾ ਉੱਥੋਂ ਲਾਪਤਾ ਹੋ ਗਿਆ, ਵੀ ਫੌਜ ਚੱਕ ਕੇ ਲੈ ਗਈ। ਤੇ ਉਹਦੀ ਗੱਲ ਹੁਣ ਚੱਲੀ ਆ ਤੇ ਰੈਫਰੈਂਸ ਦੇ ਵਿੱਚ ਲਗਭਗ ਉਹ ਸਾਰਾ ਹੀ ਖਤਮ ਹੋ ਗਿਆ ਸੀਗਾ। ਬਾਅਦ 'ਚ ਉਹਨੂੰ ਅੱਗ ਵੀ ਲਗਾ ਦਿੱਤੀ, ਪਰ ਅੱਗ ਬਾਰੇ ਵੀ ਇਹ ਗੱਲ ਆਈ ਹੈ ਵੀ ਜੋ ਕੁਛ ਫੋਟੋਕਲ ਮਟੀਰੀਅਲ ਉੱਥੇ ਪਿਆ ਸੀਗਾ, ਕੋਈ ਅਖਬਾਰਾਂ ਜਿਹੜੀਆਂ ਹੁਣ ਮੌਜੂਦਾ ਨਵੇਂ ਸਮੇਂ ਦੀਆਂ ਸੀਗੀਆਂ, ਕੋਈ ਪੈਫਲੇਟ ਜਾਂ ਹੋਰ ਆ, ਉਹਨਾਂ ਨੂੰ ਅੱਗ ਲਾਈ ਗਈ ਆ ਵੀ ਜਿਹੜਾ ਮਟੀਰੀਅਲ ਉੱਥੇ ਦੁਰਲੱਭ ਸੀ ਇਸ ਕਿਸਮ ਦਾ ਪੁਰਾਤਨ, ਉਹ ਤਾਂ ਉਹ ਫੌਜ ਤੋਂ ਸਾਰਾ ਪੈਕ ਕਰਕੇ ਲੈ ਗਈ ਸੀ। ਤੇ ਬਾਅਦ 'ਚ ਆਇਆ ਵੀ ਆ, ਮੈਂ ਆਪਣੇ ਪੇਪਰ 'ਚ ਵੀ ਦੱਸਿਆ ਵੀ ਉਹ ਜਿਹੜੇ 2 ਬੰਦੇ ਸੀਗੇ ਸ਼ਬਦਲ ਸਿੰਘ DSP ਤੇ ਇੰਸਪੈਕਟਰ ਰਣਜੀਤ ਸਿੰਘ ਨੰਦਾ, ਉਹ ਸੀਵੇ ਦੇ ਨਾਲ ਜਾਂਚ 'ਚ ਲੱਗੇ ਰਹੇ ਆ ਤੇ ਉਹਨਾਂ ਨੇ ਸਾਰਾ ਉੱਥੇ ਯੂਥ ਹੋਸਟਲ ਵਿੱਚ ਸਾਰੀਆਂ ਪੜਤਾਲ ਕੀਤੀ ਆ ਤੇ ਉਹਨਾਂ ਨੇ 4-5 ਹਜ਼ਾਰ ਜਿਹੜੇ ਮਤਲਬ ਆਈਟਮਾਂ ਸੀ ਉਹਨਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਤੇ ਉਹ ਕਹਿੰਦੇ ਵੀ ਬਹੁਤ ਵੱਡੇ ਬੈਗ 190 ਬੈਗ ਵੱਡੇ ਸੀ, ਛੋਟੇ ਸੀ, 18 ਟਰੰਕ ਸੀ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਿਰ ਉਦੋਂ ਬਾਅਦ ਅਸੀਂ ਪੈਕ ਕੀਤੇ ਨੇ। ਉਹ ਇਸ ਤਰ੍ਹਾਂ ਦਾ ਕਾਫੀ ਮਟੀਰੀਅਲ ਜਿਹੜਾ ਸੀਗਾ ਸਿੱਖ ਰਵੇ ਲਗਭਗ ਸਾਰੀ ਲਾਇਬ੍ਰੇਰੀ ਜਿਹੜੀ ਸੀਗੀ ਉਹਦਾ ਅੰਤ ਹਿਸਾਬ ਵੀ ਕੋਈ ਨਹੀਂ, ਹਿਸਾਬ ਕਿਤਾਬ ਵੀ ਕੋਈ ਨਹੀਂ ਵੀ ਕਿੰਨਾ ਕੁੱਥੋਂ ਲੈ ਗਏ ਵੱਡੀ। ਪਰ ਰਾਹੀ ਸਾਹਿਬ ਇੱਕ ਗੱਲ ਨਿਕਲ ਕੇ ਸਾਹਮਣੇ ਇਹ ਵੀ ਆਈ ਸੀ, ਸੁਣਨ ਦੇ ਵਿੱਚ ਇਹ ਵੀ ਆਇਆ ਸੀ, ਖਬਰਾਂ 'ਚ ਇਹ ਵੀ ਆਇਆ ਸੀ ਕਿ 5 ਜੂਨ 1984 ਨੂੰ ਜਿਹੜੀ ਲਾਇਬ੍ਰੇਰੀ ਆ ਪੂਰੀ ਤਰ੍ਹਾਂ ਅੱਗ ਦੇ ਹਵਾਲੇ ਹੋ ਚੁੱਕੀ ਸੀ। ਉਸ ਦੇ ਵਿੱਚ ਜਿੰਨਾ ਵੀ ਕੀਮਤੀ ਸਮਾਨ ਸੀ, ਬੇਸ਼ਕੀਮਤੀ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀ ਜਿਹੜੇ, ਉਹ ਸਾਰੇ ਅਗਨ ਭੇਟ ਹੋ ਚੁੱਕੇ ਸੀ। ਸਮਾਨ ਗਾਇਬ ਹੋਣ ਦਾ ਜਿਹੜਾ ਸਵਾਲ ਹੈ ਉਹ ਨਹੀਂ ਉੱਠਦਾ। ਨਹੀਂ ਜੀ, ਇਹ ਤਾਂ ਬਾਅਦ 'ਚ ਗੱਲ ਸੱਚ ਹੋ ਗਈ ਨਾ। ਇਹ ਤਾਂ ਫਿਰ ਜਦੋਂ ਹਾਈ ਕੋਰਟ ਦੇ ਵਿੱਚ ਭਾਈ ਸਤਨਾਮ ਸਿੰਘ ਖੰਡਾ ਨੇ ਪਟੀਸ਼ਨ ਪਾਈ ਆ 2002 ਦੇ ਵਿੱਚ, ਉਹਦੇ ਵਿੱਚ ਉਹ CBI ਨੇ ਕਿਹਾ ਵੀ ਸਾਡੇ ਕੋਲ 4000 ਮਟੀਰੀਅਲ ਸੀ, ਉਹਦੇ ਵਿੱਚ ਉਹਨੇ ਮੰਨਿਆ ਵੀ ਸਾਡੇ ਕੋਲ ਸਾਰਾ ਕੁਛ ਹੈਗਾ। ਉਹ ਤਾਂ ਅਗਨ ਭੇਟ ਨਹੀਂ ਹੋਇਆ ਸਾਰਾ ਕੁਛ, ਉਹ ਤਾਂ ਅਗਨ ਭੇਟ ਤਾਂ ਬਾਅਦ 'ਚ ਕੀਤਾ ਨਾ, ਉਹ ਤਾਂ ਮਤਲਬ ਅਗਰ ਤੁਹਾਨੂੰ ਬਾਅਦ 'ਚ ਲਾਈ ਗਈ ਤੇ ਪ੍ਰੂਵ ਹੋ ਚੁੱਕਿਆ, ਉਹ ਤਾਂ ਬਿਲਕੁਲ ਤੱਥ ਸਾਹਮਣੇ ਆ ਗਏ ਵੀ ਉਹਨੇ ਜਿਹੜਾ ਸਮਾਨ ਸ਼੍ਰੋਮਣੀ ਕਮੇਟੀ ਕੁਛ ਮੋੜਿਆ ਵੀ ਹੈ, ਕਹਿ ਵੀ ਆ ਸੀ ਮੋੜਿਆ ਵਾਪਸ ਕੀਤਾ, ਉਹ ਫਿਰ ਕਿੱਥੋਂ ਆ ਕੇ ਜਾ ਕੇ ਨਹੀਂ ਭੇਟ ਹੋ ਗਈ। ਉਹ ਤਾਂ ਜਿਹੜਾ ਫੋਟੋਕਲ ਕਿਸਮ ਦਾ ਸੀਗਾ, ਕੋਈ ਕਾਗਜ਼ ਪੱਤਰ ਸੀ, ਉਹਨੂੰ ਅੱਗ ਲਾ ਕੇ ਉਹਨਾਂ ਨੇ ਕੋਈ ਹੋਰ ਮਟੀਰੀਅਲ ਛੱਟ ਕੇ ਉਹਨੂੰ ਬਣਾਤਾ ਵੀ ਅੱਗ ਲਾਤੀ। ਪਰ ਬਾਅਦ ਦੇ ਵਿੱਚ ਪ੍ਰੂਵ ਹੋ ਚੁੱਕਿਆ ਵੀ ਸਾਰਾ ਕੁਝ ਸੀਵੇ ਦੇ ਕੋਲ ਸੀ, ਫੌਜ ਕੋਲ ਸੀ। ਫੌਜ ਨੇ ਫਿਰ CBI ਗ੍ਰਹਿ ਵਿਭਾਗ ਨੂੰ ਤਾਂ ਗ੍ਰਹਿ ਵਿਭਾਗ ਨੇ ਸੀਵੇ ਨੂੰ ਦਿੱਤਾ, ਸੀਵੇ ਨੂੰ ਕਹਿੰਦਾ ਵੀ ਜਾਂਚ ਕਰੋ ਚੋ ਕੀ ਚੀਜ਼ ਭੜਕਾਊ ਆ, ਕੀ ਗੱਲ ਆ। ਉਹ ਇਸ ਤਰ੍ਹਾਂ ਦਾ ਉਹਨਾਂ ਨੇ ਹੈਗਾ, ਸਾਰਾ ਕੁਛ ਉਹਨਾਂ ਕੋਲ ਹੋ ਚੁੱਕਿਆ ਹੈਗਾ। ਉਹਨਾਂ 'ਚ ਬਹੁਤ ਸਾਰਾ ਕੁਛ ਉਹਨੇ ਆ ਗਿਆ ਵੀ ਉਹਨੇ ਵਾਪਸ ਵੀ ਕਰਤਾ ਸ਼੍ਰੋਮਣੀ ਕਮੇਟੀ ਦੇ ਮੈਂਬਰ। ਜਾਣਕਾਰੀ ਹੈ ਕਿ ਕੀ ਵਾਪਸ ਕੀਤਾ ਗਿਆ ਉਹਨਾਂ ਉਹੀ ਤਾਂ ਗੱਲ ਆ ਜੀ। ਹੁਣ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਕੁਝ ਵਾਪਸ ਕਰਤਾ। ਉਹ ਜੋ ਵਾਪਸ ਕੀਤਾ ਉਹ 'ਚ 2 ਬੰਦੇ ਨੇ ਸਾਈਨ ਨੇ, ਇੱਕ ਤਾਂ ਭਾਨ ਸਿੰਘ ਸਕੱਤਰ ਸੀ, ਉਹਦੇ ਸਾਈਨ ਸੀ, ਉਹਦੀ ਮੌਤ ਹੋ ਗਈ, ਮਾਰਿਆ ਗਿਆ ਸੀਗਾ। ਦੂਸਰਾ ਮੁੱਖ ਸਕੱਤਰ ਸੀ ਸ਼੍ਰੋਮਣੀ ਕਮੇਟੀ ਦਾ ਕੁਲਵੰਤ ਸਿੰਘ, ਉਹ ਅਜੇ ਜਿਉਂਦਾ। ਉਹਨਾਂ ਨੂੰ ਹੁਣ ਦੱਸਿਆ ਉਹਨਾਂ ਵੀ ਅਸੀਂ ਇਹਨਾਂ ਨੂੰ ਵਾਪਸ ਕੀਤਾ। ਉਹ ਤਾਂ ਉਹਨਾਂ ਨੂੰ ਦੱਸਣ ਫਿਰ ਦਲਮੇਘ ਸਿੰਘ ਦਾ ਨਾਮ ਆਉਂਦਾ, ਦਲਮੇਘ ਸਿੰਘ ਨੂੰ ਕਿਹਾ ਵੀ ਅਸੀਂ ਵਾਪਸ ਕੀਤਾ। ਉੱਥੇ ਦਲਮੇਘ ਸਿੰਘ ਦੇ ਸਾਈਨ ਨੇ, ਜਿਹੜਾ ਮੁੱਖ ਸਕੱਤਰ ਹੈਗਾ ਦਲਮੇਘ ਸਿੰਘ, ਉਹ ਤਾਂ ਉਹਨੂੰ ਦੱਸਣਾ ਚਾਹੀਦਾ। ਜਿਹੜੀ ਰੌਲਾ ਤਾਂ ਇਸੇ ਗੱਲ ਦਾ ਹੀ ਹੈ ਵੀ ਤੁਹਾਨੂੰ ਵਾਪਸ ਕੀ ਕੀਤਾ, ਕੌਮ ਨੂੰ ਕਲੀਅਰ ਤਾਂ ਕਰੋ ਨਾ ਜੋ ਤੁਸੀਂ ਹਾਸਲ ਕੀਤਾ, ਕਦੋਂ ਕੀਤਾ। ਉਹਨਾਂ ਦੇ ਤੁਹਾਡੇ ਕੋਲ CBI ਦਾਅਵਾ ਕਰ ਸਾਡੇ ਕੋਲ ਸਾਈਨ ਨਹੀਂ ਦੇ, ਆਹ ਦੇਖੋ ਅਸੀਂ ਵਾਪਸ ਕਰ ਚੁੱਕੇ ਇਹਨਾਂ, ਸਾਡੇ ਕੋਲ ਮਟੀਰੀਅਲ ਕੋਈ ਨਹੀਂ ਰਹਿ ਗਿਆ। ਉਹ ਸੱਚ ਹੀ ਨਹੀਂ ਦੱਸ ਰਹੇ। ਉਹ ਸੌਦੀ ਇਹ ਹੋ ਗਿਆ ਉਲਟ ਵੀ ਉਹ ਕੁਲਵੰਤ ਸਿੰਘ ਤੇ ਦਲਮੇਘ ਸਿੰਘ ਤੋਂ ਖੋਜ ਕਰਨ ਦੀ ਜਾਂਚ ਕਰਨ ਦੀ ਖਾਤਰ ਪਿਛਲੇ ਸਾਲ ਸ਼੍ਰੋਮਣੀ ਕਮੇਟੀ 5 ਮੈਂਬਰੀ ਕਮੇਟੀ ਬਣਾਤੀ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ, ਉਹ 'ਚ ਦਲਮੇਘ ਸਿੰਘ ਨੂੰ ਸ਼ਾਮਲ ਕਰ ਲਿਆ। ਜਿਹਦੇ ਤੇ ਚੋਰੀ ਦਾ ਤੁਸੀਂ ਜਾਂਚ ਕਰ ਰਹੇ ਹੋ ਉਹ ਕਰ ਲਿਆ ਸ਼ਾਮਲ ਵਿੱਚ, ਉਹ ਜਾਂਚ ਕਰੂਗਾ। ਤੇ ਉਹਦੇ ਵਿੱਚ ਮੁੱਖ ਸਕੱਤਰ ਰੂਪ ਸਿੰਘ ਆ, ਦਲਮੇਘ ਸਿੰਘ ਸੀ, ਸੁਦੇਵ ਸਿੰਘ ਭੂਰਾ ਕੋਨਾ, ਬੀਬੀ ਜਗੀਰ ਕੌਰ ਜਿਹੜੀ ਹੁਣ ਪ੍ਰਧਾਨ ਬਣ ਕੇ, ਉਹ ਸਾਰੇ ਸ਼ਾਮਲ ਸੀ। ਪਰ 2 ਸਾਲ ਹੋ ਗਏ ਤਾਂ ਰਿਜ਼ਲਟ ਕੀ ਆ ਕਮੇਟੀ ਦਾ, ਕੀ ਖੋਜ ਕਰਕੇ ਲਿਆ ਉਹਨੇ, ਕੁਛ ਵੀ ਨਹੀਂ ਅਜੇ ਤੱਕ ਕੋਈ ਮੀਟਿੰਗ। ਕੀ ਫਾਇਦਾ ਹੋ ਸਕਦਾ SGPC ਨੂੰ ਇਹਨਾਂ ਨੂੰ ਲੁਕੋ ਕੇ ਰੱਖਣ ਦਾ ਜਾਂ ਗਬਨ ਕਰਨ ਦਾ? ਕੀ ਫਾਇਦਾ ਹੋ ਸਕਦਾ? ਫਾਇਦਾ ਤੁਹਾਨੂੰ ਅਰਥਕ ਹੋ ਗਿਆ। ਜੋ ਦੁਰਲੱਭ ਸਰੂਪ ਆਏ ਨੇ, ਦੁਰਲੱਭ ਪੋਥੀ ਨੇ, ਦੁਰਲੱਭ ਹੁਕਮਨਾਮੇ ਨੇ, ਉਹਦੇ ਨਾਲ ਸਾਰੇ ਵੇਚਦੇ। ਕਿਉਂਕਿ ਵਿਦੇਸ਼ਾਂ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਪੁਰਾਣੇ ਜਿਹੜੀਆਂ ਆਕਸ਼ਨ ਵਾਲੀਆਂ ਹੈਗੀਆਂ ਵੱਡੀਆਂ ਕੰਪਨੀਆਂ ਨੇ, ਉਹਨਾਂ 'ਚੋਂ ਕਰੋੜਾਂ ਰੁਪਏ ਇਹਨਾਂ ਚੀਜ਼ਾਂ ਦੀ ਖਾਤਰ ਖਰਚਦੀਆਂ ਨੇ। ਉਹਨਾਂ ਨੇ ਵੇਚਤੇ, ਪੈਸੇ ਵੱਟ ਲਏ ਕੌਮ ਨੂੰ, ਸਾਰਾ ਕੁਛ ਕਰਕੇ। ਕੋਈ ਖੁਦਗਰਜ਼ੀ ਸਵਾਰਥ ਦੇ ਭਾਰੂ ਹੋ ਗਿਆ, ਹਾਲਾਂਕਿ ਸਾਨੂੰ ਲਓ ਅੱਛਾ ਚੀਜ਼ਾਂ ਸਾਨੂੰ ਚਾਹੀਦੀਆਂ, ਉਹ ਚਾਹੀਦੀਆਂ। ਦੂਸਰੀ ਗੱਲ, ਉਹ ਆਕਸ਼ਨ ਵਾਲੇ ਅਦਾਰੇ ਵੀ ਖਰੀਦ ਸਕਦੇ ਨੇ। ਪਰ ਇਹਦੇ ਵਿੱਚ ਜਿਵੇਂ RSS ਦਾ ਜਾਂ ਹੋਰ ਕੁਛ ਸਿੱਖ ਵਿਰੋਧੀ ਅਦਾਰੇ ਵੀ ਖਰੀਦ ਸਕਦੇ ਨੇ, ਜਿਹਨੂੰ ਇਹ ਵੀ ਕੱਲ੍ਹ ਨੂੰ ਆਉਣ ਵਾਲੇ 150 ਸਾਲਾਂ ਤੱਕ ਉਹ 'ਚ ਛੇੜਛਾੜ ਕਰਕੇ, ਜਿਵੇਂ ਪੁਰਾਤਨ ਸਰੂਪ ਨੇ ਉਹ 'ਚ ਲਿਖ ਦਾਂਗੇ ਲਓ ਜੀ ਆਹ ਬਾਣੀ ਦੇ ਵਿੱਚ ਛੇੜਛਾੜ ਕਰ ਦਾਂਗੇ ਵੀ ਆਹ ਸਰੂਪ ਦੇ ਆਹ ਤਾਂ ਸਭ ਤੋਂ ਵੱਧ ਪੁਰਾਤਨ ਸਰੂਪ ਆ, ਜੋ ਨਵੇਂ ਸਰੂਪ 'ਚ ਤਾਂ ਬਾਣੀ ਆ ਲਿਖੀ ਨਹੀਂ ਗਈ, ਉਹ ਤਾਂ ਗੁਰੂ ਆਹ ਲਿਖ ਗਏ, ਉਹ ਆਹ ਲਿਖ ਗਏ। ਇਹ ਖਦਸ਼ਾ ਵੀ ਹੈਗਾ
ਇਹ ਸਾਰਾ ਕੁਝ ਹੋ ਸਕਦਾ, ਪਰ ਜਿਹੜੀ ਮੁੱਖ ਜ਼ਿੰਮੇਵਾਰੀ ਹੈ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ, ਉਹਨਾਂ ਤੇ ਆਉਂਦੀ ਹੈ। ਹੁਣ ਸਾਰੀ ਖੋਜ ਤੋਂ ਬਾਅਦ ਮੇਰੀ ਜਿਹੜੀ ਖੋਜ ਆ, ਸਾਰਾ ਹਾਈ ਕੋਰਟ ਦੀ ਪਟੀਸ਼ਨ ਤੋਂ ਬਾਅਦ ਉਹ ਜ਼ਿੰਮੇਵਾਰ ਨੇ, ਉਹਨਾਂ ਨੇ ਸਾਰਾ ਸਮਾਨ ਖੁਰਦ-ਬੁਰਦ ਕੀਤਾ। ਕੌਮ ਨੂੰ ਉਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਤੇ ਉਹਨੂੰ ਜਵਾਬ ਦੇਣਾ ਵੀ ਚਾਹੀਦਾ, ਉਹਦਾ ਪ੍ਰੈਸ਼ਰ ਬਣਨਾ ਚਾਹੀਦਾ। ਪਰ ਇਹ ਮੁੱਦਾ ਵਾਰ-ਵਾਰ ਕਈ ਵਾਰ ਉੱਠ ਚੁੱਕਿਆ ਸੀ। ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜੋ ਬੇਸ਼ਕੀਮਤੀ ਖਜ਼ਾਨਾ ਸੀ ਉਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਔਰ ਕਿਹਾ ਗਿਆ ਕਿ ਸਮਾਨ ਜਿਹੜਾ ਕੋਈ ਵਾਪਸ ਨਹੀਂ ਆਇਆ। ਨਹੀਂ, ਉਹ ਤਾਂ ਦੇ ਚੁੱਕਿਆ, ਉਹ ਕਹਿ ਮੰਨ ਚੁੱਕਿਆ ਵੀ ਵਾਪਸ ਆਇਆ। ਉਹਨੂੰ ਸਾਈਨ ਕਿੱਥੇ ਲਗਾਉਣਗੇ? ਸੀਬੀ ਨੇ ਤਾਂ ਕਹਿਤਾ ਵੀ ਆ ਨਵੇਕਸ ਦੇ ਸਾਈਨ ਹੈ, ਭਾਨ ਸਿੰਘ ਦੇ ਸਾਈਨ ਨੇ, ਆ ਸਾਡੇ ਕੋਲ ਕੁਲਵੰਤ ਸਿੰਘ ਦੇ ਸਾਈਨ ਨੇ। ਹੁਣ ਉਹਨੇ ਵਾਪਸ ਕੀ ਕੀਤਾ? ਉਹਨਾਂ ਨੂੰ ਉਹ ਕਿੱਥੇ ਗਿਆ ਵਾਪਸ ਕੀਤਾ ਵਾ, ਉਹਨਾਂ ਨੇ ਦੱਸ ਰਹੇ। ਉਹਦੀ ਖੋਜ ਕਰਨ ਦੀ 5 ਮੈਂਬਰੀ ਕਮੇਟੀ ਬਣਾਈ ਹੈ, ਉਹ ਕਮੇਟੀ ਨੇ ਕੋਈ ਰਿਪੋਰਟ ਨਹੀਂ ਦਿੱਤੀ। ਉਹ ਤਾਂ ਕਹਿ ਚੁੱਕੇ ਵੀ ਸਾਨੂੰ ਸਮਾਨ ਉਹਦਾ ਪ੍ਰੂਵ ਹੋ ਗਿਆ ਵੀ ਸਮਾਨ ਵਾਪਸ ਕੀਤਾ, ਉਹ ਮੰਨ ਚੁੱਕੇ ਨੇ। ਸੀਬੀ ਤੋਂ ਉਹ ਜਵਾਬ ਦੇਣ, ਇਸ ਤਾਂ ਲੈ ਨਹੀਂ ਕਿਤੇ, ਉਹਦਾ ਸਾਈਨ ਨੇ ਸੀਬੀ ਕੋਲੇ। ਤਾਂ ਤਿੰਨੇ ਬੰਦੇ ਮੰਨ ਚੁੱਕੇ ਵੀ ਹਾਂ ਅਸੀਂ ਸਮਾਨ ਲਿਆ ਗਾ। ਕੁਲਵੰਤ ਸਿੰਘ ਕਹਿੰਦਾ ਮੈਂ ਰਿਸੀਵ ਕੀਤਾ, ਭਾਨ ਸਿੰਘ ਕਹਿੰਦਾ ਮੈਂ ਰਿਸੀਵ ਕੀਤਾ, ਨੋਟ ਸਿੱਧਾ ਨਹੀਂ। ਉਹ ਗਿਆ ਸਮਾਨ ਕਿੱਥੇ? ਉਸ ਤੋਂ ਬਾਅਦ ਉਹ ਹੁਣ ਸ਼੍ਰੋਮਣੀ ਕਮੇਟੀ ਦਾ 5 ਮੈਂਬਰੀ ਕਮੇਟੀ ਬਣਾਓ, ਕਮੇਟੀ ਦੀ ਕੋਈ ਰਿਪੋਰਟ ਨਹੀਂ ਗਈ। ਰੌਲਾ ਤਾਂ ਇੱਥੇ ਹੀ ਪੈਂਦਾ ਗਾ। 84 ਤੋਂ ਬਾਅਦ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਗੁਰਚਰਨ ਸਿੰਘ ਟੌੜਾ ਵੀ ਲੰਬੇ ਸਮਾਂ ਪ੍ਰਧਾਨ ਰਹੇ ਨੇ, ਅਵਤਾਰ ਸਿੰਘ ਮੱਕੜ, ਕਿਰਪਾਲ ਸਿੰਘ ਬਨੂੰਗਰ, ਬੀਬੀ ਜਗੀਰ ਕੌਰ, ਲਗਾਤਾਰ ਉਹਨਾਂ ਤੋਂ ਵੀ ਸਵਾਲ ਕੀਤੇ ਗਏ ਹੋਣਗੇ ਕਿ ਉਹਨਾਂ ਦੇ ਵੱਲੋਂ ਕੋਈ ਪੁਖਤਾ ਜਵਾਬ ਨਹੀਂ ਦਿੱਤਾ। ਉਹ ਸਾਰੇ ਮਿਲੇ ਹੋਏ ਨੇ, ਕਿਸੇ ਦੀ ਕੋਈ ਜ਼ਿੰਮੇਵਾਰ ਕੋਈ ਨਹੀਂ ਹੈਗੇ। ਬੀਬੀ ਜਗੀਰ ਕੌਰ ਤਾਂ ਕਮੇਟੀ 'ਚ ਵੀ ਹੈਗੀ ਜਿਹੜੀ ਨੇ ਪੜਤਾਲ ਕਰਨੀ ਸੀ ਸ਼੍ਰੋਮਣੀ ਸਿੱਖ ਰੈਫਰੈਂਸ ਸਮਾਨ ਕਿੱਥੇ ਗਿਆ। ਹੁਣ ਪ੍ਰਧਾਨ ਬਣ ਗਈ, ਦੋਨੇ ਉਹਦੇ ਕੋਲ, ਪਰ ਉਹ ਗੱਲ ਹੀ ਨਹੀਂ ਕਰਦੇ। ਨੇਕਾਂ ਬਾਰ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ, ਬਿਜੀ ਆ ਜੀ, ਦੱਸਾਂਗੇ ਜੀ, ਬਾਅਦ 'ਚ ਕਰਦੇ ਆ ਜੀ, ਹੁਣ ਸਾਡੀ ਮੀਟਿੰਗ ਚੱਲ ਰਹੀ ਹੈ ਜੀ। ਹੁਣ ਆਪਣੇ ਨੂੰ ਤਾਂ ਪਤਾ ਵੀ ਉੱਥੇ ਮੀਟਿੰਗ ਚੱਲ ਰਹੀ, ਉਹ ਗੋਲਮੋਲ ਕਰਕੇ ਟਾਲੇ ਜਾਂਦੇ ਨੇ। ਇਸ ਕਰਕੇ ਤਾਂ ਅਸੀਂ ਅੱਜ ਮੁੱਦਾ ਉਠਾਇਆ ਵੀ ਕੋਈ ਵੱਖਰੀ ਕਮੇਟੀ ਬਣੇ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਮੈਮੋਰੰਡਮ ਦੇਵੇ, ਪ੍ਰੈਸ ਕਾਨਫਰੰਸ ਕਰੇ, ਉਹਨੂੰ ਕਹੋ ਜਿਹੜਾ ਤੁਸੀਂ ਰਜਿਸਟਰ ਆ ਤੁਹਾਡੇ ਕੋਲੇ, ਉਸ ਨੂੰ ਰਜਿਸਟਰ ਦਿਖਾਓ, ਫੋਟੋ ਸਟੇਟ ਕਰਕੇ ਦੇਵੋ, ਜੋ ਤੁਹਾਡੇ ਕੋਲ ਸਮਾਨ ਆਇਆ, ਜੋ ਲਾਪਤਾ ਕੋ ਸਾਰਾ ਪਤਾ ਲੱਗੇ ਕੌਮ ਨੂੰ। ਦੁਨੀਆ ਭਰ 'ਚ ਦੇਖਦੇ ਆ, ਕਿਉਂਕਿ ਜਿਹੜਾ ਪੁਰਾਤਨ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ, ਉਹ ਤਾਂ ਹਰ ਸਿੱਖ ਹੀ ਨਹੀਂ, ਹਰ ਪੰਜਾਬੀ ਦਾ ਕਹਿ ਲਓ, ਜੋ ਵੀ ਮਨੁੱਖ ਦੇ ਸਭ ਸਾਂਝਾ ਸਰਮਾਇਆ ਹੈਗਾ, ਹਰ ਇੱਕ ਦਾ ਉਹਨਾਂ ਆਤਮਕ ਲਗਾਓ ਜੁੜਿਆ ਹੋਇਆ, ਸਰਦਾ ਜੁੜੀ ਹੋਈ ਹੈ। ਅਕਾਲ ਤਖਤ ਦੇ ਸਾਬਕਾ ਜਥੇਦਾਰ ਜੋ ਕਿ ਅਕਾਲ ਚਲਾਣਾ ਵੀ ਕਰ ਚੁੱਕੇ ਨੇ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਉਹਨਾਂ ਦਾ ਨਾਮ ਵੀ ਇਸ ਵਿਵਾਦ ਦੇ ਵਿੱਚ ਆਇਆ। ਕੀ ਮਾਮਲਾ? ਜੋਗਿੰਦਰ ਸਿੰਘ ਵੇਦਾਂਤੀ ਦਾ ਕੁਝ ਬੰਦੇ ਕਹਿੰਦੇ ਰਹੇ ਵੀ ਜਿਹੜਾ ਇਤਿਹਾਸਕ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਸਖਤਾਂ ਵਾਲਾ ਦਮਦਮਾ ਬੀੜ ਜਿਹਨੂੰ ਕਿਹਾ ਜਾਂਦਾ ਦਮਦਮੀ ਸਰੂਪ ਸੀ, ਵੀ ਇਹ ਜੋਗਿੰਦਰ ਸਿੰਘ ਵੇਦਾਂਤੀ ਦੀ ਮਿਲੀ ਭੁਗਤ ਨਾਲ ਇੰਗਲੈਂਡ ਚਲਿਆ ਗਿਆ। ਕੁਝ ਬੰਦੇ ਦਾਅਵਾ ਕਰਦੇ ਆ। ਮੈਂ ਇੰਗਲੈਂਡ 3 ਵਾਰ ਗਿਆਗਾ, 2004, 2005 ਤੇ 2006 ਦੇ ਵਿੱਚ। ਮੈਂ ਉੱਥੇ ਜਾ ਕੇ ਕੋਸ਼ਿਸ਼ ਕੀਤੀ ਲੱਭਣ ਦੀ ਵੀ ਕਿੱਥੇ ਮਿਲਿਆ, ਕਿੱਥੇ ਆਇਆ ਸਰੂਪ, ਕਿੱਥੇ ਦਰਸ਼ਨ ਕਰਾਏ ਨੇ। ਉਹ ਕੋਈ ਪੱਲੇ ਨਹੀਂ ਪਈ ਗੱਲ, ਉਹ ਫਵਾਹ ਹੀ ਲੱਗਦੀ ਆ। ਉਹ ਕੋਈ ਕਹਿੰਦਾ ਜੀ ਫਲਾਣੇ ਗੁਰਦੁਆਰੇ 'ਚ ਬ੍ਰਿਸਟਲ ਕਰਾਏ ਆ, ਕੋਈ ਕਹਿੰਦਾ ਜੀ ਡਰਬੀ ਕਰਾਏ ਆ, ਕੋਈ ਕਹਿੰਦਾ ਜੀ ਇੱਥੇ ਬਰਮਿੰਘਮ ਕਰਾਏ ਨੇ, ਕਿਸੇ ਦੇ ਘਰੇ ਲੈ ਕੇ ਦੇਖਿਆ ਜੀ, ਪਬਲਿਕਲੀ ਨਹੀਂ ਕਰਾਇਆ ਜੀ, ਕੁਛ ਖਾਸ ਬੰਦੇ ਦੇ ਘਰੇ ਦਰਸ਼ਨ ਕਰਾਏ ਨੇ ਉਹਦੇ, ਉੱਥੇ ਵੀ ਕੁਝ ਪੱਲੇ ਨਹੀਂ ਪਿਆ। ਤੇ ਦੂਸਰਾ ਇੱਕ ਸਰੂਪ ਜਿਹੜਾ ਹੈ ਕੈਨੇਡਾ ਦੇ ਵਿੱਚ ਪਤਾ ਲੱਗਿਆ ਵੀ ਇਤਿਹਾਸਕ ਸਰੂਪ ਉੱਥੇ ਗੜ੍ਹਸ਼ੰਕਰ ਤੋਂ ਬਲਵੀਰ ਸਿੰਘ ਚੰਗਿਆੜਾ, ਉਹ ਉੱਥੇ ਦਰਸ਼ਨ ਕਰਾ ਕੇ ਉਹਨੇ ਮਤਲਬ ਬੜੇ ਪੈਸੇ ਇਕੱਠੇ ਕੀਤੇ ਨੇ। ਆ ਲਓ ਜੀ, ਆ ਗੁਰੂ ਸਾਹਿਬ ਨੇ ਦਸਤਖਤ ਕੀਤੇ ਨੇ। ਹੁਣ ਉਹ ਦਸਤਖਤਾਂ ਦੀ ਔਥੈਂਟਿਸਿਟੀ ਕੀ ਆ? ਉਹ ਹੈਗੇ ਸੀ ਜਾਂ ਵੈਸੇ ਹੀ ਆਪਣੇ ਕਿਸੇ ਹੋਰ ਪੁਰਾਤਨ ਸਰੂਪ ਤੇ ਕੋਲੋਂ ਹੀ ਬਣਾ ਕੇ ਕਰ ਲਏ, ਤੇ ਉਹਦੇ ਨਾਂ 'ਤੇ ਲੋਕਾਂ ਨੇ ਡਾਲਰ ਇਕੱਠੇ ਕਰਕੇ, ਉਹ ਵੀ ਅਜੇ ਭੰਬਲ ਪੁੱਛਦੇ ਸੱਚ ਨਹੀਂ ਗਾ ਵੀ ਉਹ ਹੈਗਾ ਸੀ ਕਿ ਨਹੀਂ ਸੀ। ਪਰ ਹੁਣ ਜਦੋਂ ਉਹਨੂੰ ਪੁੱਛਦੇ ਉਹ ਕਹਿੰਦੇ ਮੈਨੂੰ ਯਾਦ ਹੀ ਨਹੀਂ ਕਿੱਥੇ ਉਹ ਸਰੂਪ ਦਾ ਕੋਈ ਪਤਾ ਨਹੀਂ। ਮੈਂ ਤਾਂ ਕਦੇ ਯਾਦ ਨਹੀਂ ਆ ਰਿਹਾ ਕਿੱਥੇ ਗਿਆ ਸਰੂਪ, ਮੈਂ ਕਿੱਧਰ ਨੂੰ ਭੇਜਤਾ, ਕੀ ਕੌਣ ਮੈਥੋਂ ਲੈ ਗਿਆ। ਕੋਈ ਲੈ ਗਏ ਸੀ ਬੰਦੇ ਮੇਰੇ ਕੋਲੋਂ, ਉਹ ਵੀ ਗੱਲ ਭੰਬਲ ਖੋਸਦਾ ਉਹਨਾਂ ਨੇ ਵੀ ਕੋਈ ਗਾਂ ਦੀ ਗਾਂ ਵੇਚਦਾ ਹੋਵੇ। ਉਹ ਸਾਰਾ ਕੁਛ ਨਾ ਇਹ ਸਿੱਖਾਂ ਦੇ ਵਿੱਚ ਬਹੁਤ ਦੁਖਦਾਈ ਪਹਿਲੂ ਆ ਵੀ ਜਿਵੇਂ ਸਿੱਖਾਂ ਦੀ ਬਹਾਦਰੀਆਂ ਦੀਆਂ ਗੱਲਾਂ ਕਰਦੇ ਆ, ਕੁਰਬਾਨੀਆਂ ਦੀਆਂ ਗੱਲਾਂ ਕਰਦੇ ਆ, ਔਰ ਸਿੱਖਾਂ ਦੇ ਵਿੱਚ ਬਕਾਊ ਕਰਦਾਰ ਵੀ ਬਥੇਰਾ ਜਿਹੜਾ ਭਾਰੂ ਹੋ ਗਿਆ। ਤੇ ਜਦੋਂ ਮਨ ਆਤਮਾ ਵੀ ਦੁਖੀ ਹੁੰਦੀ ਆ ਤੇ ਦੂਜੇ ਲੋਕ ਮਿਹਣੇ ਵੀ ਮਾਰਦੇ ਆ, ਥੋੜੇ ਸਿੱਖ ਬਕਾਊ ਆ, ਤਾਂ ਜਦੋਂ ਮਰਜ਼ੀ ਖਰੀਦ ਲਓ ਚੁੱਕ। ਇਦੋਂ ਪਤਾ ਕਿਵੇਂ ਜਿਹੜੇ ਗੁਰੂ ਗ੍ਰੰਥ ਦੇ ਸਰੂਪ ਵੇਚ ਸਕਦੇ ਨੇ, ਇਹਨਾਂ ਦਾ ਕਰਦਾਰ ਹੁਣ ਕਿਹੋ ਜਿਹਾ ਹੋਊਗਾ ਲੋਕਾਂ ਦਾ। ਤੇ ਉਹ ਸਾਰੇ ਬਾਦਲ ਨਾਲ ਜੁੜੇ ਹੋਏ ਨੇ, ਬਾਦਲ ਦੀ ਸਤਾ ਮਾਣਦੇ ਨੇ, ਸਰਪ੍ਰਸਤੀ ਮਾਣਦੇ ਨੇ। ਅਸੀਂ ਸਾਨੂੰ ਜਿਹੜਾ ਇਹਦਾ ਬਾਦਲ ਐਂਡ ਕੰਪਨੀ ਜ਼ਿੰਮੇਵਾਰ ਆ, ਉਹਨੇ ਸਾਰਾ ਭ੍ਰਿਸ਼ਟ ਕਰਤਾ ਸਿਸਟਮ, ਤੇ ਆਪਣੀ ਰਾਜਸੀ ਸੱਤਾ ਭੋਗਣ ਦੀ ਖਾਤਰ ਵੱਡੀਆਂ ਸਾਰਿਆਂ ਜਿਹੜਾ ਸਿੱਖਾਂ ਦਾ ਐਡਾ ਖਿਲਵਾੜ ਕਰਤਾ, ਤੇ ਉਹਦੀ ਜ਼ਿੰਮੇਵਾਰੀ ਤੈਅ ਹੁੰਦੀ ਆ, ਤੇ ਕੌਮ ਨੂੰ ਤਾਂ ਜਵਾਬ ਮੰਗਣਾ ਚਾਹੀਦਾ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰਾ ਪ੍ਰੋਫਿਟ ਹਾਸਲ ਕੀਤਾ ਹੈ। ਜਿਹੜਾ ਸਮਾਨ ਉਹਨਾਂ ਨੂੰ ਵਾਪਸ ਕੀਤਾ ਗਿਆ ਸੀ ਰੈਫਰੈਂਸ ਲਾਇਬ੍ਰੇਰੀ ਦਾ, ਬਹੁਤ ਵੱਡਾ ਪ੍ਰੋਫਿਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦਾ ਨੇ ਕੀਤਾ। ਸ਼੍ਰੋਮਣੀ ਕਮੇਟੀ ਦੇ ਜਿਹੜੇ ਬੱਚੇ ਅਹੁਦੇਦਾਰ ਸੀਗੇ, ਜਿਹਦਾ ਨਾਂ ਬੋਲਦੇ ਨੇ, ਜਿਹਨਾਂ ਦੀ ਖਾਤਰ ਜਾਂਚ ਕਮੇਟੀ ਬਣੀ 5 ਮੈਂਬਰੀ, ਉਹਨੇ ਇਹ ਕੁਝ ਕੀਤਾ ਹੋਊਗਾ, ਵਿੱਚ ਹੀ ਹੋਊਗਾ। ਜੇ ਕੋਈ ਹੋਵੇ ਤਾਂ ਦੱਸ ਦੇਣਗੇ ਆਪਿਆ ਜੀ ਸਾਡੇ ਤਾਂ ਕਿਸੇ ਕੰਮ ਨਹੀਂ, ਤਾਂ ਕੌਮ ਦੀ ਤਾਂ ਹੋਰ ਆ, ਸਾਰੇ ਲੋਕਾਂ ਦੀ ਮਨੁੱਖਤਾ ਦਾ ਖਜ਼ਾਨਾ ਗਾ, ਉਹ ਦੱਸ ਦੇਣ ਵੀ ਸਾਡੇ ਕੋਲ ਆ ਪੈਣਾ, ਇਹਨਾਂ ਕੋਲ ਸਾਡੇ ਕੋਲ ਆਇਆ, ਸੀਬੀਆਈ ਨੇ ਸਾਰਾ ਕੁਝ ਦਿੱਤਾ, ਬਾਕੀ ਸੀਬੀਆਈ ਕੋਲ ਪਿਆ, ਫਿਰ ਕੌਮ ਉੱਧਰ ਨੂੰ ਹੋਵੇ ਸੀਬੀਆਈ ਵੱਲ। ਭਾਈਚਾਰਾ ਕੋਈ ਪੰਜਾਬੀ ਬੰਦੇ, ਕੋਈ ਹੋਰ ਲੇਖਕ, ਸਾਰੇ ਸੀਬੀਆਈ ਤੋਂ ਬਰੀ ਕਰਤਾ। ਕੋਈ ਸੀਬੀਆਈ ਹੁਣ ਦੋਸ਼ੀ ਤਾਂ ਇਹ ਨੇ
ਜਿਨ੍ਹਾਂ ਕੋਲ ਨਹੀਂ ਆਇਆ ਇਹ ਇਨਕਾਰ ਕਰਨ ਵੀ ਸਾਡਾ ਕੁਛ ਨਹੀਂ ਹੈ, ਸੀਬੀ ਕੋਲ ਇਹ ਸਾਰਾ ਕੁਛ। ਸੀਬੀਆਈ ਤੋਂ ਜਾਂਚ ਕਰਵਾਈ ਗਈ ਸੀ ਇਸ ਮਾਮਲੇ ਦੀ। ਸੀਬੀ ਤਾਂ ਹਾਈ ਕੋਰਟ ਦੇ ਜਵਾਬ ਦਾ ਸਤਨਾਮ ਸਿੰਘ ਦੀ ਪਟੀਸ਼ਨ ਦੇ ਚੁੱਕੇ ਜਵਾਬ ਦਾ, ਉਹ ਤਾਂ ਦੱਸ ਚੁੱਕੇ ਨੇ। ਹਾਈ ਕੋਰਟ ਮੰਨ ਚੁੱਕਾ ਉਹਦਾ ਜਵਾਬ ਦਾ ਬਦਾਰ ਵੀ ਠੀਕ ਨੇ, ਸਾਰਾ ਕੁਛ ਆਈਟਮਾਂ ਵਾਪਸ ਕਰਤੀਆਂ ਤੇ ਬਾਕੀ ਉਹਨੇ ਕੇਂਦਰ ਨੂੰ ਚਿੱਠੀ ਕਰਤੀ, ਜੇ ਕੋਈ ਬਾਕੀ ਬਚਾ ਦੇ ਦਿਓ। ਉਹ ਸਾਰਾ ਕੁਛ ਉਹ ਤਾਂ ਸਾਰਾ ਕੁਝ ਇਹਨਾਂ 'ਤੇ ਆ ਗਿਆ ਨਾ। ਸਾਰੇ ਕੁੱਲ ਮਿਲਾ ਕੇ ਗੱਲ ਜਿਹੜੀ ਕਥਾ ਸੀਬੀ ਦੀ ਜਾਂਚ ਕਹਿ ਲਓ, ਹਾਈ ਕੋਰਟ ਦਾ ਸਾਰਾ ਸਾਡੀ ਜਿਹੜੀ ਖੋਜ ਆ ਉਹ ਸਾਰੀ ਸ਼੍ਰੋਮਣੀ ਕਮੇਟੀ 'ਤੇ ਆਉਂਦੀ ਹੈ, ਬਾਦਲ ਦਲ 'ਤੇ ਆਉਂਦੀ ਹੈ, ਇਹਨਾਂ ਕੋਲ ਸਾਰਾ ਕੁਛ ਇਹੀ ਜ਼ਿੰਮੇਵਾਰ ਨੇ। ਔਰ ਜਿਹੜੇ ਮੌਜੂਦਾ ਗ੍ਰਹਿ ਮੰਤਰੀ ਨੇ ਦੇਸ਼ ਦੇ ਅਮਿਤ ਸ਼ਾਹ, ਸੁਣਨ ਦੇ ਵਿੱਚ ਆਇਆ ਕਿ ਉਹਨਾਂ ਤੱਕ ਵੀ ਜਿਹੜਾ ਇੱਕ ਪੱਤਰ ਲਿਖਿਆ ਗਿਆ ਸੀ ਕਿ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਹੈ ਜਾਂ ਬੇਸ਼ਕੀਮਤੀ ਖਜ਼ਾਨਾ ਹੈ ਉਹ ਵਾਪਸ ਕਰ ਦਿੱਤਾ ਜਾਏ, ਔਰ ਉਹਨਾਂ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਲਿਸਟ ਬਣਾ ਕੇ ਜਿਹੜੀ ਉਹ ਦੇ ਦਿੱਤੀ ਜਾਵੇ ਤੇ ਸਮਾਨ ਵਾਪਸ ਕਰ ਦਿੱਤਾ ਜਾਏ। ਬਾਦਲ ਦਲ ਨਾਲ ਇੱਕ ਚੋਣ ਪੱਤਾ ਖੇਡ ਰਹੇ ਨੇ, ਲਾਇਬ੍ਰੇਰੀ ਐਂ ਕਰਕੇ ਲਓ ਜੀ ਅਸੀਂ ਤਾਂ ਲਾਇਬ੍ਰੇਰੀ ਦੀ ਪੈਰਵੀ ਕਰ ਰਹੇ ਹਾਂ ਉਹਨਾਂ ਕੋਲੇ, ਕਿੱਥੇ ਆ ਤੁਸੀਂ ਜਵਾਬ ਦਿਓ। ਆਹ ਕੁਛ ਜਿਹੜਾ ਹੈਗਾ ਜੋ ਤੁਹਾਡੇ 'ਤੇ ਆਉਂਦਾ ਤੁਸੀਂ ਜਵਾਬ ਦੇਵੋ, ਉਹਦਾ ਕਿੱਥੇ ਗਿਆ? 5 ਮੈਂਬਰੀ ਕਮੇਟੀ ਬਣਾਈ ਹੈ, ਹੁਣ ਪੱਤਰ ਲਿਖਣ ਦਾ ਮਤਲਬ ਕੀ ਹੈ? ਲੋ ਜੀ ਸਾਨੂੰ ਵਾਪਸ ਕਰ ਦਿਓ, ਉਹਨੇ ਮੰਗ ਲਿਆ ਸਾਨੂੰ ਜਵਾਬ ਦੇਵੋ ਕਿੱਥੇ ਗਿਆ, ਤੁਹਾਡੇ ਕੋਲ ਕਿਹੜਾ ਸਮਾਨ ਆ? ਇਹ ਜਾਣ ਬੁੱਝ ਕੇ ਸਿੱਖ ਦੀਆਂ ਭਾਵਨਾ ਖਿਲਵਾੜ ਕਰਨ ਦੀ ਖਾਤਰ ਇਹ ਸ਼ੋਅ ਕਰਦੇ ਅਸੀਂ ਵੱਡੇ ਸਿੱਖ ਹਾਂ, ਦੇਖੋ ਇਹਦਾ ਸਿੱਖ ਰੈਫਰੈਂਸ ਦੀ ਖਾਤਰ ਪੈਰਵਾਈ ਕਰ ਰਹੇ ਹਾਂ। ਇਹ ਸਾਰੇ ਚੋਣ ਸਟੰਟ ਨੇ। 2022 ਦੇ ਚੋਣਾਂ ਤੋਂ ਪਹਿਲਾਂ ਪੱਤਰ ਲਿਖਦੇ ਜੀ, ਆਹ ਲਿਖਦੇ ਲੋਕਾਂ ਨੂੰ ਭੰਬਲ ਪੁੱਛੇ 'ਚ ਪਾਉਣਾ। ਪੱਤਰ ਲਿਖਣ ਦਾ ਹੁਣ ਕੀ ਰਹਿ ਗਿਆ? ਅਮਿਤ ਸ਼ਾਹ ਕੋਲੇ ਕੀ ਹੈ? ਉਹਦਾ ਸੀਵੀ ਦੇ ਚੁੱਕੀ ਆ, ਸਾਰਾ ਗੱਲਾਂ ਰਿਕਾਰਡ 'ਚ ਆ ਚੁੱਕੀਆਂ ਨੇ। ਇਹਨਾਂ ਦੇ ਬੰਦਿਆਂ 'ਤੇ 5 ਮੈਂਬਰੀ ਕਮੇਟੀ ਬਣਾਈ ਬੈਠੇ ਨੇ ਆਪਦੇ ਬੰਦਿਆਂ ਦੀ ਜਾਂਚ ਕਰਨ ਲਈ। ਉਹ ਕਮੇਟੀ ਦੀ ਰਿਪੋਰਟ ਤਾਂ ਦੇਵੇ ਨਾ ਪਹਿਲਾਂ, ਫਿਰ ਹੀ ਪਤਾ ਲੱਗੂ ਨਾ। ਜਦੋਂ ਉਸ ਵੇਲੇ ਦੇ ਗ੍ਰਹਿ ਮੰਤਰੀ ਜਾਰਜ ਫਰਨਾਂਡਸ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੀ ਤੇ ਉਹਨਾਂ ਦੇ ਅੱਗੇ ਮੰਗ ਰੱਖੀ ਗਈ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਮਾਨ ਦੀ। ਲੈ ਲਓ ਸਾਡਾ ਕੁਝ, ਕਿਸੇ ਨੇ ਪੈਰ ਵੀ ਨਹੀਂ ਕੀਤੀ। ਕਿਸ ਨੂੰ ਦਿੱਤਾ ਗਿਆ ਉਹ ਸਮਾਨ? ਜਾਰਜ ਫਰਨਾਂਡਸ ਦੇ ਕਹਿਣ। ਉਹ ਤਾਂ ਕਿਹਾ ਸੀ ਨਾ ਸਾਡੇ ਕੋਲ ਲੈ ਲਓ, ਇਹ ਗਏ ਹੀ ਨਹੀਂ ਗਏ। ਉਸ ਵੇਲੇ ਕੌਣ ਸੀ ਐਸਜੀਪੀਸੀ ਦੇ ਪਰ? ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ। ਇਹ ਦੱਸਣ ਵੀ ਅਸੀਂ ਜਾਰਜ ਫਰਨਾਂਡਸ ਨਾਲ ਕੀ ਚਿੱਠੀ ਪੱਤਰ ਕੀਤਾ, ਕੀ ਸਾਡੇ ਨਾਲ ਗੱਲਬਾਤ ਹੋਈ ਹੈ। ਇਹਨਾਂ ਨੇ ਕਰਨਾ ਸੀ ਨਾ, ਉਹਨਾਂ ਤਾਂ ਮੰਗ ਰੱਖੀ ਸੀ। ਉਹ ਉਹਨਾਂ ਨੇ ਦੱਸਣ ਲੋਕਾਂ ਨੂੰ ਵੀ ਅਸੀਂ ਅੱਜ ਚਿੱਠੀ ਪੱਤਰ ਕੀਤਾ, ਸਾਡੇ ਕੋਲ ਜਗ ਜ਼ਾਹਰ ਕਰਨ, ਲੋਕਾਂ ਨੂੰ ਸਾਹਮਣੇ ਲਿਆਉਣ ਉਹਨੂੰ। 37 ਸਾਲ ਆਪਰੇਸ਼ਨ ਬਲੂ ਸਟਾਰ ਨੂੰ ਹੋਏ ਨੇ ਔਰ 37 ਸਾਲ ਹੀ ਅੱਜ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜਾ ਬੇਸ਼ਕੀਮਤੀ ਖਜ਼ਾਨਾ ਉਸ ਦੀ ਮੰਗ ਕਰਦਿਆਂ ਨੂੰ ਹੋ ਗਏ ਨੇ। ਆਖਿਰਕਾਰ ਇੰਨੀ ਦੇਰ ਕਿਉਂ ਲੱਗ ਰਹੀ ਹੈ? ਤੁਹਾਨੂੰ ਦੱਸ ਹੀ ਦਿੱਤਾ ਜੀ ਵੀ ਜਿਹੜੇ ਆਪਦੇ ਸੀਗੇ ਸ਼੍ਰੋਮਣੀ ਕਮੇਟੀ ਜਿਹੜਾ ਕਰਪਟ ਹੋ ਗਿਆ, ਸਾਰਾ ਢਾਂਚਾ ਬਾਦਲਾਂ ਨੇ ਕਰਪਟ ਕਰਤਾ, ਉਹ ਬਕਾਊ ਹੋ ਗਏ ਸਾਰੇ। ਉਹਨਾਂ ਨੇ ਸਾਰਾ ਕੌਮ ਨੂੰ ਭੰਬਲ ਪੁੱਛ 'ਚ ਪਾ ਕੇ ਉਹਦੇ ਪੈਸੇ ਵੱਟ ਲਏ, ਕਰੋੜਾਂ ਰੁਪਏ ਜੇਬਾਂ 'ਚ ਪਾ ਕੇ ਤੁਰ ਗਏ। ਉਹ ਸਾਰਾ ਉਹਨੇ ਖੁਰਦ-ਬੁਰਦ ਕਰਤਾ, ਜ਼ਿੰਮੇਵਾਰੀ ਉਹਦੀ ਬਣਦੀ ਹੈ। ਇਹ ਸਾਰਾ ਅਸੀਂ ਸੈਮੀਨਾਰ 'ਚ ਵੀ ਕੀਤਾ, ਤੁਹਾਡੇ ਸਾਹਮਣੇ ਵੀ ਗੱਲਾਂ ਆ ਚੁੱਕੀਆਂ ਨੇ। ਉਹ ਤਾਂ ਸਾਰੀ ਹੁਣ ਭਾਈਚਾਰੇ ਦਾ ਬਣਦਾ, ਇਕੱਲੇ ਸਿੱਖ ਭਾਈਚਾਰੇ ਦਾ ਨਹੀਂ ਬਣਦਾ, ਕਿਉਂਕਿ ਮੈਂ ਸਮਝਦਾ ਵੀ ਗਿਆਨ ਦਾ ਖਜ਼ਾਨਾ ਮਨੁੱਖਤਾ ਦਾ ਸਾਂਝਾ ਹੁੰਦਾ। ਸਾਰੇ ਭਾਈਚਾਰੇ ਆ ਜਿਹੜੇ ਉਹਨੂੰ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ 'ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਵੀ ਜਵਾਬ ਦੇ, ਥੋੜੀ ਜਵਾਬਦੇਹੀ ਬਣਦੀ ਆ, ਦਿਓ ਜਵਾਬ ਕਿੱਥੇ ਆ। ਉਹ 5 ਮੈਂਬਰੀ ਕਮੇਟੀ ਬਡੂੰਗਰ ਸਾਹਿਬ ਦਾ ਘਰੇ ਜਾਣਾ ਚਾਹੀਦਾ, ਦੱਸ ਤੇਰੀ ਤੂੰ ਕਮੇਟੀ ਦਾ ਮੁਖੀ ਆ, ਕੀ ਤੇਰੀ ਰਿਪੋਰਟ ਆ, ਹੁਣ ਜੱਜ ਕਰ ਤੇ ਜਾਣਾ ਵੀ ਚਾਹੀਦਾ। ਤੇ ਮੇਰਾ ਖਿਆਲ ਵੀ ਉੱਧਰ ਹੁਣ ਕਾਨੂੰਨ ਵਧਣਗੇ ਵੀ ਅੱਗੇ ਨੂੰ। ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਤਹਿਸ-ਨਹਿਸ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਬੇਸ਼ਕੀਮਤੀ ਖਜ਼ਾਨਾ ਗਬਨ ਕੀਤਾ ਗਿਆ, ਗਾਇਬ ਕੀਤਾ ਗਿਆ। ਉਸ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ। ਸਮੇਂ-ਸਮੇਂ ਤੇ ਸਿੱਖ ਬੁੱਧੀਜੀਵੀਆਂ ਵੱਲੋਂ, ਸਿੱਖ ਸੰਗਤ ਵੱਲੋਂ ਉਸ ਖਜ਼ਾਨੇ ਦੀ ਵਾਪਸੀ ਦੀ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਔਰ ਜਿਹੜੇ ਚਿੰਤਕ ਨੇ ਇਸ ਮਾਮਲੇ ਦੇ ਉੱਤੇ ਲਗਾਤਾਰ ਆਪਣੀ ਰਾਏ ਰੱਖ ਰਹੇ ਨੇ, ਲਗਾਤਾਰ ਆਪਣੀਆਂ ਖੋਜਾਂ ਕਰ ਰਹੇ ਨੇ। ਸਾਡੇ ਨਾਲ ਇਸ ਵੇਲੇ ਇਸੇ ਮਾਮਲੇ ਦੇ ਨਾਲ ਜਿਹੜੇ ਡਾਕਟਰ ਪਿਆਰੇ ਲਾਲ ਗਰਗ ਨੇ ਉਹ ਮੌਜੂਦ ਨੇ। ਇਸ ਮਾਮਲੇ ਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਲਗਾਤਾਰ 37 ਸਾਲਾਂ ਤੋਂ ਆਪਰੇਸ਼ਨ ਬਲੂ ਸਟਾਰ ਦੇ ਵਾਂਗ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਜਿਹੜੇ ਸਰੂਪ ਪਾਵਨ ਉੱਥੋਂ ਗਬਨ ਹੋਏ ਨੇ ਜਾਂ ਜੋ ਬੇਸ਼ਕੀਮਤੀ ਖਜ਼ਾਨਾ ਉੱਥੋਂ ਗਾਇਬ ਹੋਇਆ ਉਸ ਦੀ ਮੰਗ ਕੀਤੀ ਜਾ ਰਹੀ ਹੈ, ਪਰ ਅੱਜ ਤੱਕ 37 ਸਾਲ ਬਾਅਦ ਵੀ ਇਹ ਪਾਣੀ 'ਚ ਮਧਾਣੀ ਬਣ ਕੇ ਰਿਹਾ ਹੋਇਆ ਮਾਮਲਾ। ਬਿਲਕੁਲ ਠੀਕ ਹੈ, ਪਾਣੀ 'ਚ ਕੋਈ ਮਧਾਣੀ ਇਸ ਕਰਕੇ ਉਹਦੇ 'ਤੇ ਘੀ ਤਾਂ ਨਿਕਲਣਾ ਨਹੀਂ। ਇਹ ਸਾਰੀਆਂ ਧਿਰਾਂ ਰਲੀਆਂ ਹੋਈਆਂ ਨੇ। ਪਹਿਲੀ ਗੱਲ ਇਹ ਹੈ ਵੀ ਜਦ ਕੋਈ ਵੀ ਕੌਮ, ਵੈਸੇ ਤਾਂ ਲਿਟਰੇਚਰ ਸਾਰੀ ਦੁਨੀਆ ਦਾ ਸਾਂਝਾ ਹੁੰਦਾ ਹੈ। ਅੱਜ ਜੇ ਮੈਨੂੰ ਅਰਬੀ ਫਾਰਸੀ ਆਉਂਦੀ ਹੋਵੇ ਤਾਂ ਮੈਂ ਉਹ ਪੜ੍ਹ ਕੇ ਸਿੱਖਣਾ ਚਾਹਾਂਗਾ। ਉਹਦੇ 'ਚ ਵਿਗਿਆਨ ਵੀ ਹੈ, ਉਹਦੇ 'ਚ ਲੋਕਾਂ ਦਾ ਕਲਚਰ ਵੀ ਹੈ। ਇੱਦਾਂ ਹੀ ਸਿੱਖ ਕਲਚਰ ਹੈ, ਇੱਕ ਸਿੱਖ ਸੱਭਿਆਚਾਰ ਹੈ, ਉਸ ਵਕਤ ਦਾ ਸੱਭਿਆਚਾਰ ਹੈ। ਉਹ ਸਾਨੂੰ ਲਾਇਬ੍ਰੇਰੀ 'ਚੋਂ ਪਤਾ ਲੱਗਦਾ। ਸਾਡਾ ਇਤਿਹਾਸ ਜ਼ਰੂਰੀ ਹੈ ਔਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜੇ ਤੁਹਾਨੂੰ ਆਪਣਾ ਇਤਿਹਾਸ ਆਉਂਦਾ ਹੈ ਤਾਂ ਤੁਸੀਂ ਚੰਗੇ ਬੰਦੇ ਬਣ ਸਕਦੇ ਹੋ, ਕਿਉਂਕਿ ਜਿਹੜਾ ਉਹਦੇ ਚੰਗਾ ਉਹ ਨਾਲ ਲੈ ਲਓਗੇ, ਜਿਹੜਾ ਤੁਸੀਂ ਦੇਖਿਆ ਵੀ ਉਹ ਮਾੜਾ ਸੀ ਉਹਨੂੰ ਤੁਸੀਂ ਛੱਡ ਦਿਓਗੇ। ਉਹ ਇਹਨਾਂ ਨੇ ਇਤਿਹਾਸ ਹੀ ਗਾਇਬ ਕਰਤਾ। ਦੂਜੀ ਗੱਲ, ਇਹ ਰੌਲਾ ਇਹ ਪਾ ਦਿੱਤਾ ਗਿਆ ਜਿਵੇਂ ਕਿ ਕਰਦੇ ਨੇ ਦੁਨੀਆ ਦੇ ਵਿੱਚ ਬਹੁਤ ਜਗ੍ਹਾ 'ਤੇ ਲਾਇਬ੍ਰੇਰੀਆਂ ਸਾੜੀਆਂ ਗਈਆਂ ਨੇ। ਇੱਕ ਪੋਲ ਪੋਟ ਹੋਏ ਸੀ ਕਿ ਕੰਪੂਚੀਆ 'ਚ, ਕੰਬੋਡੀਆ ਜਿਹਨੂੰ ਉਹਨੇ ਸਾਰੀਆਂ ਲਾਇਬ੍ਰੇਰੀਆਂ ਸਾੜਤੀਆਂ। ਲਾਇਬ੍ਰੇਰੀਆਂ ਸਾੜਨਾ, ਬੁੱਧਾਂ ਦੀਆਂ ਲਾਇਬ੍ਰੇਰੀਆਂ ਇਹਨਾਂ ਨੇ ਸਾੜਤੀਆਂ ਸੀ ਬ੍ਰਾਹਮਣਾਂ ਨੇ। ਨਾਲੰਦਾ ਯੂਨੀਵਰਸਿਟੀ ਟੋਟਲ ਸਾੜ ਦਿੱਤੀ ਸੀ। ਇਹਦੇ ਜਦ ਤੁਸੀਂ ਕਿਸੇ ਦਾ ਜਿਹੜਾ ਲਿਟਰੇਚਰ ਹੈ ਉਹਨੂੰ ਸਾੜਦੇ ਹੋ, ਇਹ ਇੱਕ ਫਲਸਫੇ ਦਾ ਅੰਤ ਕਰ ਰਹੇ ਹੋ ਤੁਸੀਂ। ਅਤੇ ਫਲਸਫੇ ਦਾ ਅੰਤ ਰਾਜੇ ਇਸ ਕਰਕੇ ਕਰਦੇ ਨੇ ਕਿ ਉਹ ਫਲਸਫੇ ਦੇ ਉਲਟ ਹੁੰਦੇ ਨੇ। ਉਹ ਚਾਹੁੰਦੇ ਨਹੀਂ ਵੀ ਲੋਕਾਂ 'ਚ ਦੂਜੀ ਗੱਲ ਜਾਵੇ। ਆਹ ਗੱਲ ਹੈ। ਇੱਥੇ ਵੀ ਇਹੀ ਹੋਇਆ ਵੀ ਇੱਕ ਸਿੱਖ ਫਲਸਫਾ
ਲੋਕਾਂ ਨੂੰ ਇੱਕ ਇਨਸਾਫ ਦੀ, ਜਾਤ ਪਾਤ ਦੇ ਉਲਟ ਬਰਾਬਰਤਾ ਦੀ ਬਹੁਤ ਸਾਰੀਆਂ ਗੱਲਾਂ ਕਰਦਾ ਸੀ। ਉਹ 'ਚ ਵੀਰ ਰਸ ਵੀ ਸੀ, ਉਹ 'ਚ ਕਰੁਣਾ ਰਸ ਵੀ ਸੀ, ਉਹਦੇ 'ਚ ਦਇਆ ਵੀ ਸੀ, ਉਹ ਬਹੁਤ ਕੁਝ ਸੀਗਾ। ਉਹ ਜਿਹੜਾ ਸਿੱਖ ਫਲਸਫਾ ਸੀ ਉਹ ਬਹੁਤਾ ਜ਼ਿਆਦਾ ਇਹੀ ਆ ਵੀ ਕਿਤਾਬਾਂ ਦੇ ਵਿੱਚ ਸੀ ਨਾਲ, ਜਾਂ ਫਿਰ ਜਵਾਨੀ ਕਹਾਣੀਆਂ ਕਥਾ ਦੇ ਰਾਹੀਂ ਆਉਂਦਾ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ ਉਹਨਾਂ ਨਾਲ ਭਰੀ ਹੋਈ ਸੀ। ਉਹਦੇ ਵਿੱਚ ਤਕਰੀਬਨ 16,716 ਕਿਤਾਬਾਂ ਦੀ ਗੱਲ ਕਰੀ ਜਾ ਰਹੀ ਹੈ, ਜਿਹੜੇ ਡਾਕੂਮੈਂਟ ਸੀਗੇ ਬੁੱਕਸ ਦੇ ਰੂਪ 'ਚ। ਬਾਕੀ ਕੁਝ ਹੋਰ ਵੀ ਅਖਬਾਰ, ਹੋਰ ਟਰੈਕਟ, ਹੁਕਮਨਾਮੇ ਕਈ ਤਰ੍ਹਾਂ ਦੇ ਹੋਣਗੇ। ਉਹ ਹੁਕਮਨਾਮਾ ਦਾ ਇਤਿਹਾਸ ਮਿਲਣਾ ਸੀ। ਉਹਦੇ ਉੱਤੇ ਇੱਕ ਇਹ ਸ਼ੋਅ ਕਰਿਆ ਗਿਆ ਵੀ ਉਹ ਲਾਇਬ੍ਰੇਰੀ ਸੜ ਗਈ, ਜਦ ਕਿ ਦੂਜੇ ਡਾਕੂਮੈਂਟਰੀ ਪ੍ਰੂਫ ਹੁਣ ਸਭ ਦੇ ਸਾਹਮਣੇ ਨੇ, ਜਿਹਦੇ ਵਿੱਚ ਜਾਰਜ ਫਰਨੈਂਡਿਸ ਦਾ ਬਿਆਨ ਵੀ ਹੈ, ਜਿਹ 'ਚ CBI ਵੱਲੋਂ ਵੀ ਉਹਨਾਂ ਨੇ ਦੱਸਿਆ ਹੋਇਆ, ਜਿਹ 'ਚ ਐਫੀਡੈਵਿਟ ਹਾਈ ਕੋਰਟ 'ਚ ਵੀ ਫਾਈਲ ਹੋਇਆ ਕਿ ਉਹ ਨਹੀਂ ਸੜੇ ਸੀਗੇ, ਉਹ ਤਾਂ ਖਾਲੀ ਨੂੰ ਅੱਗ ਲਾਈ ਸੀ ਤਕਰੀਬਨ, ਐਵੇਂ ਕਾਗਜ਼ ਕੂਜ ਬੱਤ ਕੇ ਜਿਵੇਂ ਹੁੰਦਾ ਵਾ ਘਰ ਖਾਲੀ ਕਰਕੇ, ਜਿਹੜੇ ਥੋੜ੍ਹੇ ਅਖਬਾਰ ਖੂਰ ਰਹਿ ਗਏ ਉਹਨਾਂ ਨੂੰ ਲਾਤੀ ਅੱਗ। ਉਹ ਠੀਕ ਆ, ਅੱਗ ਲਾ ਕੇ ਜੋ ਵੀ ਕਰਤਾ, ਇਹ ਦਿਖਾਉਣ ਵਾਸਤੇ ਵੀ ਤਾਂ ਸੜ ਗਈ, ਪਰ ਉਹ ਪਤਾ ਲੱਗ ਗਿਆ ਵੀ ਸੜੀ ਤਾਂ ਹੈ ਨਹੀਂ। ਉਹਦੇ 'ਚ ਇਹਨਾਂ ਨੇ ਮੰਨ ਵੀ ਲਿਆ ਵੀ ਹਾਂ ਅਸੀਂ ਲੈ ਕੇ ਗਿਆ, ਅਸੀਂ ਯੂਥ ਹੋਸਟਲ 'ਚ ਰੱਖੀ ਸੀ, ਉੱਥੇ ਲੈ ਗਏ ਸੀ, ਪਰ ਉਹ ਕਹਿੰਦੇ ਅਸੀਂ ਵਾਪਸ ਕਰਤੀ। ਹੁਣ ਝਗੜਾ ਕਿੱਥੇ ਹੈ? ਕੀ ਉਹ ਜਿੰਨੀ ਲੈ ਕੇ ਗਏ ਸੀ ਉਨੀ ਵਾਪਸ ਕਰੀ? ਡਾਕੂਮੈਂਟ ਜਦ ਵੀ ਕੋਈ ਇਸ ਤਰ੍ਹਾਂ ਦੇ ਕਾਗਜ਼ ਕਿਤਾਬਾਂ ਲੈ ਕੇ ਗਏ ਨੇ, ਉਹਨਾਂ ਦੀ ਕੋਈ ਲਿਸਟ ਬਣਾਈ ਹੋਈ, ਇਨਵੈਂਟਰੀ ਕਹਿੰਦੇ ਅਸੀਂ ਉਹਦੀ ਕੋਈ ਇਨਵੈਂਟਰੀ ਬਣਾਈ ਹੋਊਗੀ। ਜਿਹੜੀ CBI ਉਹ ਇਹ ਦੱਸਦੀ ਨਹੀਂ ਵੀ ਆਹ ਇਨਵੈਂਟਰੀ ਸੀ ਜੀ, ਆਹ ਦੇਖ ਲਓ ਅਸੀਂ ਆਹ ਦੇਤਾ। ਉਹ ਕਹਿੰਦੇ ਅਸੀਂ ਜੋ ਕੁਛ ਹੈਗਾ ਅਸੀਂ ਦੇਤਾ, ਤੁਸੀਂ ਲਿਖ ਦਿਓ ਸਾਨੂੰ ਸਭ ਮਿਲ ਗਿਆ। ਇਹਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਸਾਨੂੰ ਕੀ ਪਤਾ ਉਹਨਾਂ ਕੋਲ ਕੀ ਸੀ। ਇਸੇ ਤਰ੍ਹਾਂ ਹੀ ਜਿਹੜੀ ਇੱਕ ਵੱਡਾ ਅੱਜ ਦਸਤਾਵੇਜ਼ ਅਵੇਲੇਬਲ ਹੈ ਇੱਥੇ, ਅੱਜ ਗੱਲ ਕਰੀਏ ਮੈਂ, ਜਿਹੜਾ ਉਹ ਦਸਤਾਵੇਜ਼ ਅਵੇਲੇਬਲ ਉਹ ਕੀ ਹੈ ਵੀ ਜਿਹੜੇ 3 ਰਜਿਸਟਰ ਨੇ, ਸੈਸ਼ਨ ਰਜਿਸਟਰ ਜਿਹਨੂੰ ਕਹਿੰਦੇ, ਸੈਸ਼ਨ ਰਜਿਸਟਰ ਕੀ ਹੈ, ਸਾਰਾ ਐਂਟਰੀਆਂ ਨੇ ਉਹ ਅਵੇਲੇਬਲ ਨੇ। ਪਹਿਲੀ ਗੱਲ ਤਾਂ ਉਹ ਰਜਿਸਟਰ SGPC ਪਬਲਿਕ ਕਰੇ ਵੀ ਦੇਖੋ ਜੀ ਆਹ ਸਮਾਨ ਸੀ, ਫਿਰ ਦੱਸੇ ਵੀ ਚੋਂ ਕਿਹੜਾ ਮਿਲ ਗਿਆ ਕਿਹੜਾ ਨਹੀਂ ਮਿਲਿਆ। ਉਹ ਰਜਿਸਟਰੀ ਨਹੀਂ SGPC ਲੋਕਾਂ ਨੂੰ ਦੱਸ ਰਹੀ, ਪਬਲਿਕ ਨੂੰ ਕੀ ਦੱਸੂਗੀ? ਜਿਹੜੀ ਚੀਜ਼ ਪਬਲਿਕ ਦੇ ਸਾਹਮਣੇ ਹੋਣੀ ਚਾਹੀਦੀ ਹੈ, SGPC ਉਹਨੂੰ ਲੁਕੋ ਕੇ ਕਿਉਂ ਰੱਖ ਰਹੀ ਹੈ? ਇਹਦਾ ਮਤਲਬ SGPC ਦਾ ਕਿਤੇ ਨਾ ਕਿਤੇ ਆਪਦਾ ਹਿੱਤ ਹੈ, ਕਿਸੇ ਗੱਲ ਨਾਲ ਜੁੜਿਆ ਹੋਇਆ। ਨਹੀਂ ਤਾਂ ਪਬਲਿਕ ਕਰਦੇ ਕਿ ਦੇਖੋ ਜੀ ਆਹ ਸੀਗਾ, ਆਹ ਕੋਈ ਸਾਡੇ ਕੋਲ ਆ ਗਿਆ, ਆਹ ਬਾਕੀ ਆਇਆ ਨਹੀਂ। ਆਓ ਸਾਰੀ ਸਿੱਖ ਸੰਗਤ, ਸਾਰੇ ਪੰਜਾਬ ਦੇ ਲੋਕ, ਸਾਰੇ ਬਾਕੀ ਬੁੱਧੀਜੀਵੀ ਜੋ ਵੀ ਕਿਸੇ ਵੀ ਭਾਸ਼ਾ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਆਪਾਂ ਰਲ ਕੇ ਕਹੀਏ ਵੀ ਲਿਟਰੇਚਰ ਦੱਸੋ ਕਿੱਥੇ। ਸਾਨੂੰ ਪਤਾ ਤਾਂ ਲੱਗੇ ਵੀ ਖਤਮ ਹੋ ਗਿਆ, ਕਿੱਥੇ ਚਲਾ ਗਿਆ। ਨਾ SGPC ਦੱਸਣ ਨੂੰ ਤਿਆਰ ਹੈ, ਨਾ ਭਾਰਤ ਸਰਕਾਰ ਦੱਸਣ ਨੂੰ ਤਿਆਰ ਹੈ। ਹਾਈ ਕੋਰਟ 'ਚ ਉਹਨਾਂ ਨੇ ਐਫੀਡੈਵਿਟ ਫਾਈਲ ਕਰਤਾ, ਨਾ ਤਾਂ SGPC ਨੇ ਉਹਨੂੰ ਕਾਊਂਟਰ ਕਰਿਆ, ਨਾ ਜਿਹੜਾ ਬੰਦਾ ਪਟੀਸ਼ਨ ਸੀ ਉਹਦੇ ਕੋਲ ਉਹ ਡਾਟਾ ਹੀ ਕੋਈ ਨਹੀਂ ਵਿਚਾਰੇ ਕੋਲ, ਉਹ ਕਿੱਥੋਂ ਸਾਰਾ ਕਾਊਂਟਰ ਕਰੇ। ਤੇ SBI ਨੇ ਉਹ ਕਰਕੇ ਸਾਰਤਾ, CBI ਨੇ। ਸੋ ਇਸ ਕਰਕੇ ਇਹਦੀ ਇੱਕ ਤਾਂ ਇਨਵੈਸਟੀਗੇਸ਼ਨ ਦੀ ਲੋੜ ਹੈ। ਸਰਕਾਰ ਆਪਦੇ ਪੱਧਰ ਤੇ ਇਨਵੈਸਟੀਗੇਸ਼ਨ ਕਰੇ, ਓਨੈਸਟਲੀ ਲੋਕਾਂ ਦੇ ਸਾਹਮਣੇ ਪੁੱਟ ਕਰੇ ਵੀ ਦੇਖੋ ਲੈ ਕੇ ਤਾਂ ਇੰਨਾ ਗਿਆ ਸੀ, ਹੁਣ ਇੰਨਾ ਅਵੇਲੇਬਲ ਹੈ। ਉਹ 'ਚੋਂ ਡਰਦੀ ਹੈ ਵੀ ਫਿਰ ਕਹਿਣਗੇ ਕਿੱਥੇ ਗਿਆ ਜੀ, ਸਾੜਤਾ। ਕੋਈ ਜੀ ਹੁਣ ਪੁਰਾਣੇ ਨੇ ਕਰਤਾ, ਜੋ ਹੋ ਗਿਆ ਉਹਨੂੰ ਤਾਂ ਆਪਾਂ ਰੋਕ ਨਹੀਂ ਨਾ ਸਕਦੇ, ਪਰ ਮੰਨੋ ਤਾਂ ਸਹੀ ਨਾ। ਇਹ ਕੀ ਕਰੀ ਹੈ ਸਰਕਾਰ? ਜਿਵੇਂ ਇਹਨਾਂ ਨੇ ਤਾਂ ਜਾਣ ਕੇ ਕਰਿਆ, ਕੋਈ ਕਿਸੇ ਬੰਦੇ ਦੇ ਟੱਕਰ ਮਾਰਦਾ ਉਹ ਮਰ ਜਾਂਦਾ, ਫਿਰ ਉਹ ਭੱਜ ਜਾਂਦਾ, ਫਿਰ ਮੁੱਕਰ ਜਾਂਦਾ ਕਿ ਮੈਂ ਤਾਂ ਮਾਰਿਆ ਹੀ ਨਹੀਂ, ਕਿਉਂਕਿ ਉਹ ਡਰਦਾ ਵੀ ਮੈਂ ਫਸ ਨਾ ਜਾਵਾਂ। ਜੇ ਉਹ ਮੋਰਲੀ ਤਕੜਾ ਹੋਵੇ, ਕਹਿੰਦਾ ਦੇਖੋ ਜੀ ਮੈਂ ਕੋਈ ਜਾਣ ਕੇ ਨਹੀਂ ਮਾਰਿਆ, ਇਹ ਐਕਸੀਡੈਂਟ ਹੋ ਗਿਆ, ਡੈਥ ਵੀ ਹੋ ਗਈ ਹੈ, ਜਿਹੜਾ ਮੈਨੂੰ ਜੁਰਮਾਨਾ ਲਾਉਣਾ ਲਾ ਲਓ, ਪਰ ਮੇਰੀ ਕੋਈ ਇੰਟੈਂਸ਼ਨ ਮਾੜੀ ਨਹੀਂ ਸੀ। ਇਹ ਜਿਹੜੀ ਸਰਕਾਰ ਹੈ, ਸਰਕਾਰਾਂ ਦੀ ਡਿਊਟੀ ਬਣਦੀ ਹੈ। ਹੁਣ ਤਾਂ ਬਹੁਤ ਟਾਈਮ ਹੋ ਗਿਆ, 37 ਸਾਲ ਜਿਵੇਂ ਤੁਸੀਂ ਕਹੇ, ਹੁਣ ਇਹ ਓਪਨਲੀ ਆਉਣ ਕੇ ਦੇਖੋ ਜੀ ਆਹ ਸਮਾਨ ਚੁੱਕਿਆ ਸੀ ਉਹਨਾਂ ਨੇ, ਆਹ ਸਾਡੇ ਕੋਲ ਡਾਕੂਮੈਂਟ ਅਵੇਲੇਬਲ ਨੇ, ਆਹ ਅਸੀਂ ਪਬਲਿਕ ਕਰਤੇ। 25 ਸਾਲਾਂ ਬਾਅਦ ਤਾਂ ਵੈਸੇ ਹੀ ਪਬਲਿਕ ਕਰ ਦੇਣਾ ਚਾਹੀਦਾ, ਹੁਣ ਤਾਂ 37 ਹੋ ਗਏ। ਸੋ ਇੱਕ ਤਾਂ ਉਹ ਪਬਲਿਕ ਕਰਨਾ, ਇੱਕ SGPC ਪਬਲਿਕ ਕਰੇ। SGPC ਦੱਸ ਵੀ ਆਹ ਪਏ ਨੇ ਜੀ ਰਜਿਸਟਰ, ਆਹ ਪਏ ਨੇ ਇੰਨੇ ਸਰੂਪ, ਆਹ ਚੀਜ਼ਾਂ ਪਈਆਂ ਨੇ, ਆਹ ਹੁਕਮਨਾਮੇ ਪਏ, ਆਹ ਨਹੀਂ। ਇਸ ਤੋਂ ਇੱਕ ਤੀਜੀ ਲੋੜ ਹੈ। ਤੀਜੀ ਲੋੜ ਇਹ ਹੈ ਕਿ ਵੀ ਉਹਨਾਂ ਦੀ ਅਥੈਂਟਿਸਿਟੀ ਐਸਟੈਬਲਿਸ਼ ਕਰਨ ਵਾਸਤੇ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਲਿਖਤ ਪਛਾਣਨਾ, ਜਿਹੜਾ ਅੱਗੇ ਤਾਂ ਹੱਥ ਨਾਲ ਦੇਖਦੇ ਸੀ, ਉਹ ਮਾਈਕਰੋ ਮੈਗਨੀਫਾਈਂਗ ਗਲਾਸ ਨਾਲ, ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਐਂ ਕੱਢ ਕੇ ਬਾਹਰ ਮਾਰਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਉਹ ਲਿਖਤ ਵੀ ਪਛਾਣ ਹੋ ਸਕਦੀ ਹੈ, ਉਹ ਕਿੰਨੀ ਦੇਰ ਪੁਰਾਣੀ ਹੈ ਵੀ ਪਛਾਣ ਹੋ ਸਕਦੀ ਹੈ। ਸੋ ਇਸ ਕਰਕੇ ਉਹਦਾ 10 ਦਿਨ ਪਤਾ ਲੱਗ ਜੂਗਾ ਵੀ ਭਾਈ ਆਹ ਤਾਂ ਬਾਅਦ 'ਚ ਲਿਖਿਆ, ਆਹ ਪਹਿਲਾਂ। ਡਾਕਟਰ ਸਾਹਿਬ, ਤੁਸੀਂ ਜਾਂਚ ਦੀ ਗੱਲ ਕਰ ਰਹੇ ਹੋ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਕਿਹਾ ਕਿ ਤੁਸੀਂ ਕਿਸ ਤਰ੍ਹਾਂ, ਜੇ ਸਰਕਾਰ ਇਸ ਦੀ ਜਾਂਚ ਕਰਨਾ ਚਾਹੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਾਂਚ ਕਰ ਸਕਦੀ ਹੈ। ਪਰ ਸਵਾਲ ਇੱਥੇ ਹੁਣ ਇਹ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਬੇਅਦਬੀ ਕਾਂਡ ਹੋ ਗਿਆ, ਬਹਿਬਲ ਕਲਾਂ ਗੋਲੀ ਕਾਂਡ ਹੋ ਗਿਆ, ਉਸ ਦੇ ਲਈ ਸਿੱਟ ਬਿਠਾਈ ਗਈ, ਪਰ ਸਿੱਟ ਨੂੰ ਉਠਾਉਣ ਦੀ ਜਗ੍ਹਾ ਤੇ, ਸਿੱਟ ਦਾ ਨਤੀਜਾ ਲੈਣ ਦੀ ਜਗ੍ਹਾ ਤੇ ਸਿੱਟ ਨੂੰ ਖਾਰਿਜ ਕਰਕੇ ਨਵੀਂ ਸਿੱਟ ਬਣਾਈ ਗਈ। ਕਿਤੇ ਲੱਗਦਾ ਹੈ ਕਿ ਜੇ ਜਾਂਚ ਹੁੰਦੀ ਹੈ, ਇਸ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਹੁੰਦੀ ਹੈ, ਤੇ ਇਹ ਵੀ ਕਿਤੇ ਉਹ ਬੇਅਦਬੀ ਜਾਂ ਬਹਿਬਲ ਕਲਾਂ ਗੋਲੀकांड ਵਾਂਗ ਉਲਝ ਜਾਏਗੀ, ਕਿਉਂਕਿ 37 ਸਾਲ ਤੋਂ ਪਹਿਲਾਂ ਹੀ ਹੋ ਗਏ ਨੇ ਇਸ ਮਾਮਲੇ ਨੂੰ। ਇਹ ਤਾਂ ਜਿਹੜੇ ਸਰਕਾਰ, ਇਹੀ ਤਾਂ ਅਸੀਂ ਤਾਂ ਸਰਕਾਰ ਨੂੰ ਮਿਹਨਤ ਦੇ ਰਹੇ ਹਾਂ, ਸਾਨੂੰ ਇਹ ਉਮੀਦ ਨਹੀਂ ਕਰੇਗੀ, ਕਿਉਂਕਿ ਇਹਨਾਂ ਨੂੰ ਤਾਂ ਇੰਟਰਸਟ ਹੈ ਵੀ ਲੋਕ ਲੜਦੇ ਰਹੇ ਨੇ ਇਹਨਾਂ ਗੱਲਾਂ 'ਤੇ। ਲੋਕ ਆਪਣੀ ਰੋਜੀ ਰੋਟੀ, ਭੁੱਖਮਰੀ, ਬੇਰੁਜ਼ਗਾਰੀ, ਪੜ੍ਹਾਈ ਕਿਉਂ ਨਹੀਂ ਹੋ ਰਹੀ, ਸਕੂਲ ਮਾੜੇ ਕਿਉਂ ਨੇ, ਹਸਪਤਾਲ ਮਾੜੇ, ਇਹ ਤਾਂ ਗੱਲ ਨਾ ਕਰਨਾ, ਐਨਵਾਇਰਨਮੈਂਟ ਕਿਉਂ ਮਾੜਾ ਹੋ ਰਿਹਾ, ਉਹ ਇਸੇ ਚੀਜ਼ ਝਗੜੇ 'ਚ ਪਏ ਰਹਿਣ। ਸੋ ਇਹ ਤਾਂ ਇਹਦੇ ਵਿੱਚ ਝਗੜਾ ਪਕੜਾ ਕੇ ਰਾਜੀ ਨੇ। ਪਰ ਮੈਂ ਇਹ ਕਹਿਣਾ ਵੀ ਜੇ ਆਪਦੇ ਆਪ ਨੂੰ ਸਿੰਸੀਅਰ ਕਰਨ ਤਾਂ ਇਹ ਆਹ ਕਰਨ। ਦੂਜੀ ਗੱਲ, ਹੁਣ SGPC ਨੇ ਜਿਹੜੀ 84 ਦੇ ਵਿੱਚ ਬੀੜ 'ਚ ਗੋਲੀ ਲੱਗੀ ਸੀ ਉਹ ਦਿਖਾਉਣੀ ਸ਼ੁਰੂ ਕਰਤੀ।
ਇਹਨਾਂ ਨੂੰ ਕਹੋ ਜਿਹੜੀ ਉੱਥੇ ਜਦ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਹੈ, ਭਾਈ ਲక్ష్ਮਣ ਸਿੰਘ ਧਾਰੋਵਾਲ ਜੀ ਉਹ ਤਾਬੇ ਬੈਠੇ ਸੀ, ਉਹ ਬੀੜ 'ਚ ਵੀ ਗੋਲੀਆਂ ਲੱਗੀਆਂ ਸੀ, ਉਹ ਬੀੜ ਦੇ ਉੱਤੇ ਵੀ ਬੇਰਹਿਮਤੀ ਹੋਈ ਸੀ, ਉਹਨਾਂ ਨੂੰ ਫੜ ਕੇ ਜਾਂਡਣਾ ਬੰਨ੍ਹ ਕੇ ਸਾੜਤਾ ਸੀ, ਤੇ ਫਿਰ ਉਹ ਵੀ ਦਿਖਾ ਦੇਣ, ਉਹਦੇ ਵੀ ਦਰਸ਼ਨ ਕਰਦੇ ਨੇ, ਜਾ ਕੇ ਦੇਣ ਹੈ ਨਹੀਂ ਸਾਡੇ ਕੋਲੇ। ਸੋ ਇਸ ਕਰਕੇ ਇਤਿਹਾਸ ਨੂੰ ਪੂਰੀ ਤਰ੍ਹਾਂ ਰੱਖਣਾ ਜ਼ਰੂਰੀ ਹੈ, ਤੇ ਇਤਿਹਾਸ 'ਚੋਂ ਹੀ ਗਿਆਨ ਮਿਲਦਾ, ਪਰ ਗਿਆਨ ਦੇ ਨਾਲ ਅਮਲ ਕਰਨਾ ਜ਼ਰੂਰੀ ਹੈ। ਨਾ ਤਾਂ ਇਹ ਅਮਲ ਕਰਦੇ ਨੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਗ ਗਿਆਨੀ ਵਿਰਲਾਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਜਿਹੜੇ ਗਿਆਨੀ ਨੇ ਉਹਨਾਂ ਦਾ ਆਚਾਰ ਹੋਏ ਜਾਣੀ, ਉਹ ਆਚਾਰ ਕੁਝ ਹੋਰ ਕਰਦੇ ਨੇ ਹੈ, ਤੇ ਕਹਿੰਦੇ ਵੀ ਲੋਕਾਂ ਸਾਹਮਣੇ ਤਾਂ ਗੰਗਾ ਜਲ ਵੀ ਪੁਣ ਕੇ ਪੀਂਦੇ ਨੇ, ਤੇ ਅੰਦਰ ਵੜ ਕੇ ਖੂਨ ਵੀ ਪੁਣ ਕੇ ਪੀ ਜਾਂਦੇ, ਬਿਨਾਂ ਪੁਣਾ ਪੀ ਜਾਂਦੇ ਨੇ। ਤੇ ਜਿਹੜੇ ਆਚਾਰ ਕਰਦੇ ਨੇ ਉਹ ਗਿਆਨ ਨਹੀਂ ਪ੍ਰਾਪਤ ਕਰਦੇ, ਉਹ ਰੱਟਾ ਲਾ ਕੇ ਬੋਲੀ ਜਾਂਦੇ ਨੇ, ਮੰਤਰ ਬੋਲੀ ਜਾਣ, ਜੋ ਮਰਜ਼ੀ ਸ਼ਬਦ ਬੋਲੀ ਜਾਣ। ਸੋ ਸਾਨੂੰ ਆਚਾਰ ਤੇ ਗਿਆਨ ਦੋਹਾਂ ਦਾ ਮੇਲ ਕਰਨਾ ਪਏਗਾ, ਔਰ ਇਹ ਲਾਇਬ੍ਰੇਰੀ ਜਿਹੜੀ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ, ਇਹ ਦੋਹਾਂ ਦਾ ਮੇਲ ਕਰਾਉਣ ਵਾਲੀ ਹੈ। ਇਹ ਚਾਹੁੰਦੇ ਨਹੀਂ, ਇਸ ਕਰਕੇ ਰੌਲਾ ਹੈ। ਤੇ ਬਾਕੀ ਜਿਹੜੇ ਜਿਵੇਂ ਅੱਜ ਸੈਮੀਨਾਰ ਅਸੀਂ ਕਰਿਆ ਹੀ ਹੈ, ਸਾਡੀ ਕੋਸ਼ਿਸ਼ ਹੋਏਗੀ ਵੀ ਇਹ ਗੱਲ ਨੂੰ ਸਾਹਮਣੇ ਲਿਆਉਣਾ ਲੋਕਾਂ 'ਚ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗਰਗ, ਸਾਡੇ ਨਾਲ ਜੁੜਨ ਲਈ। ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਤੁਸੀਂ ਕਹੇ ਨੇ ਬਹੁਤ ਮਾਇਨੇ ਰੱਖਦੇ ਨੇ, ਔਰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ 37 ਸਾਲ ਤੋਂ ਮੰਗ ਉੱਠ ਰਹੀ ਹੈ ਕਿ ਬੇਸ਼ਕੀਮਤੀ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਉੱਥੋਂ ਗਾਇਬ ਹੋਏ ਨੇ, ਗਬਨ ਹੋਏ ਨੇ, ਉਹਨਾਂ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗਿਆ ਜਾ ਰਿਹਾ। ਜਦੋਂ ਸਰਕਾਰ ਦੇ ਦਰਬਾਰ ਦੇ ਵਿੱਚ ਇਹ ਗੱਲ ਪਹੁੰਚਦੀ ਹੈ, CBI ਕੋਲ ਇਹ ਗੱਲ ਪਹੁੰਚਦੀ ਹੈ, ਤੇ ਕਲੀਅਰ ਹੋ ਜਾਂਦਾ ਹੈ ਕਿ SGPC ਨੂੰ ਸਭ ਕੁਝ ਸੌਂਪ ਦਿੱਤਾ ਗਿਆ, ਪਰ SGPC ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਕਿੰਨਾ ਜਿਹੜੇ ਸਮੱਗਰੀ ਹੈ ਉਹ ਵਾਪਸ ਭੇਜੀ ਗਈ ਹੈ ਔਰ ਕਿਸ ਨੂੰ ਭੇਜੀ ਗਈ ਹੈ। ਤੁਸੀਂ ਬਣੇ ਰਹੋ, ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।